ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਆਪ ਜੀ ਦਾ ਆਨਲਾਈਨ ਕਲਾਸ ਦੇ ਵਿੱਚ। ਜਿਵੇਂ ਕਿ ਅਸੀਂ ਇਸ ਕਲਾਸ ਦੇ ਵਿੱਚ ਪਹਿਲਾਂ ਇਤਿਹਾਸ, ਗੁਰਬਾਣੀ ਔਰ ਕੁਝ ਵਿਸ਼ੇਸ਼ ਟੌਪਿਕ ਲੈ ਕੇ ਆਏ ਸੀ ਔਰ ਉਹਨਾਂ ਬਾਰੇ ਵਿਚਾਰ ਕੀਤੀ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਵਿਦਵਾਨ ਸੱਜਣਾਂ ਨੇ। ਤੇ ਅੱਜ ਦਾ ਜੋ ਸਾਡਾ ਟੌਪਿਕ ਹੈ ਉਹ ਜੋ ਮੈਨੂੰ ਹੁਕਮ ਹੋਇਆ ਸੀ ਕਿ ਮੌਤ ਕੀ ਹੈ, ਇਸ ਬਾਰੇ ਕੁਝ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਣ। ਇਸ ਸੰਸਾਰ ਦੇ ਅੰਦਰ ਜਨਮ ਔਰ ਮੌਤ ਦੋਵੇਂ ਹੀ ਬਹੁਤ ਜ਼ਰੂਰੀ ਨੇ। ਗੁਰੂ ਜੀ ਦਾ ਪਾਵਨ ਬਚਨ ਹੈ, ਸੰਜੋਗ ਵਿਜੋਗ ਦੋਏ ਕਾਰ ਚਲਾਵੇਂ ਲੇਖੇ ਆਵੇਂ ਭਾਗ। ਰੱਬੀ ਰਜਾ ਦੇ ਅੰਦਰ ਇਸ ਸੰਸਾਰ ਨੂੰ ਸੰਜੋਗ ਔਰ ਵਿਜੋਗ ਦੋਵੇਂ ਚਲਾ ਰਹੇ ਨੇ, ਯਾਨੀ ਇਸ ਸੰਸਾਰ ਨੂੰ ਚਲਾ ਰਹੇ ਨੇ ਜਨਮ ਔਰ ਮੌਤ। ਜੇ ਇਸ ਦੁਨੀਆ ਦੇ ਅੰਦਰ ਕੇਵਲ ਜਨਮ ਹੋਵੇ ਤਾਂ ਇਹ ਸੰਸਾਰ ਚੱਲ ਨਹੀਂ ਸਕਦਾ, ਕਿਉਂਕਿ ਹਰ ਰੋਜ਼ ਨਵੇਂ ਬੱਚੇ ਜਨਮ ਲੈਂਦੇ ਰਹਿਣ, ਵਨਸਪਤੀ ਨਵੀਂ ਪੈਦਾ ਹੋਈ ਜਾਏ, ਜੀਵ ਜੰਤ ਪੈਦਾ ਹੋਣ ਤੇ ਕਿਸੇ ਦੀ ਮੌਤ ਨਾ ਹੋਏ ਤਾਂ ਇਸ ਦੁਨੀਆ ਦੇ ਅੰਦਰ ਕੁਰਬਲ ਹੋ ਜਾਏਗੀ, ਸਾਹ ਲੈਣ ਲਈ ਜਗ੍ਹਾ ਨਹੀਂ ਬਚੇਗੀ। ਤਾਂ ਇਸ ਤਰ੍ਹਾਂ ਕੇਵਲ ਜਨਮ ਦੇ ਨਾਲ ਸੰਸਾਰ ਨਹੀਂ ਚੱਲ ਸਕਦਾ, ਮੌਤ ਵੀ ਚਾਹੀਦੀ। ਤੇ ਜੇ ਦੁਨੀਆ ਅੰਦਰ ਕੇਵਲ ਮੌਤ ਹੋਵੇ, ਜਨਮ ਨਾ ਹੋਵੇ, ਅੱਜ ਮੇਰੀ ਮੌਤ ਹੋ ਜਾਏ, ਕੱਲ ਨੂੰ ਕਿਸੇ ਹੋਰ ਦੀ, ਪਰਸੋਂ ਦੀ ਹੋਰ ਦੀ, ਔਰ ਜਨਮ ਕੋਈ ਵੀ ਨਾ ਹੋਵੇ ਤਾਂ ਹੌਲੇ ਹੌਲੇ ਇਹ ਦੁਨੀਆ ਖਾਲੀ ਹੋ ਜਾਏਗੀ, ਇਹ ਦੁਨੀਆ ਤੇ ਕੋਈ ਵੀ ਨਹੀਂ ਰਹੇਗਾ। ਇਸ ਲਈ ਇਹ ਸੰਸਾਰ ਚੱਲਦਾ ਰਹੇ ਤਾਂ ਨਿਰੰਕਾਰ ਦੀ ਇਸ ਕੁਦਰਤ ਦੇ ਅੰਦਰ ਜਨਮ ਔਰ ਮੌਤ ਹੈ, ਇਹ ਦੋਵੇਂ ਇਸ ਸੰਸਾਰ ਨੂੰ ਚਲਾ ਰਹੇ ਨੇ। ਯਾਨੀ ਜੋ ਇਸ ਦੁਨੀਆ ਤੇ ਆਇਆ ਹੈ ਉਹਨੇ ਇੱਕ ਨਾ ਇੱਕ ਦਿਨ ਜ਼ਰੂਰ ਚਲੇ ਜਾਣਾ ਹੈ, ਇਹ ਇੱਕ ਅਟਲ ਸੱਚਾਈ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਤਾਂ ਮੌਤ ਦੇ ਨਾਲ ਰਿਲੇਟਿਡ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਬਾਰੇ ਸੰਸਾਰ ਦੇ ਆਮ ਬੰਦੇ ਨੇ ਸੋਚਿਆ ਹੈ, ਆਪਣੇ ਆਪਣੇ ਹਿਸਾਬ ਦੇ ਨਾਲ ਉੱਤਰ ਦਿੱਤੇ ਹਨ। ਔਰ ਧਰਮ ਦੀ ਦੁਨੀਆ ਵਿੱਚ ਵੀ ਹਰ ਧਰਮ ਦੇ ਬੰਦੇ ਨੇ ਆਪਣੇ ਆਪਣੇ ਵਿਸ਼ਵਾਸ ਮੁਤਾਬਕ ਇਹਨਾਂ ਚੀਜ਼ਾਂ ਬਾਰੇ ਸੋਚਣ ਦੀ ਜਿਹੜੀ ਹੈ ਉਹ ਟਰਾਈ ਕੀਤੀ ਹੈ। ਅਸੀਂ ਗੁਰਮਤ ਅਨੁਸਾਰ ਵਿਚਾਰ ਕਰਨ ਦਾ ਯਤਨ ਕਰਨਾ ਹੈ ਕਿ ਮੌਤ ਕੀ ਹੈ, ਤੇ ਇਸ ਦੇ ਨਾਲ ਸਵਾਲ ਰਿਲੇਟਿਡ ਨੇ ਕਿ ਮੌਤ ਕੀ ਹੈ, ਮੌਤ ਕਿੰਨੇ ਤਰ੍ਹਾਂ ਦੀ ਹੈ, ਜਮ ਕੀ ਨੇ, ਚਿੱਤਰ ਔਰ ਗੁਪਤ ਕੀ ਹੈ, ਧਰਮਰਾਜ ਕੀ ਹੈ, ਨਰਕ ਔਰ ਸਵਰਗ ਕੀ ਹੈ, ਮੁਕਤੀ ਕੀ ਹੈ, ਔਰ ਜੋ ਅੰਤਮ ਸੰਸਕਾਰ ਨੇ ਇਹ ਦੇ ਬਾਰੇ ਥੋੜੀ ਵਿਚਾਰ ਕਰਾਂਗੇ। ਇਸ ਤੋਂ ਇਲਾਵਾ ਭੋਗ ਦੇ ਸਮੇਂ ਬਹੁਤ ਸਾਰੇ ਕੰਮ ਕੀਤੇ ਜਾਂਦੇ ਨੇ, ਕਰਮ ਕਾਂਡ, ਉਹਨਾਂ ਬਾਰੇ ਥੋੜੀ ਵਿਚਾਰ। ਔਰ ਇਸ ਤੋਂ ਇਲਾਵਾ ਜੋ ਅਸੀਂ ਬਰਸੀ ਆਦਿਕ ਜਾਂ ਸਰਾਧ ਵਗੈਰਾ ਵਗੈਰਾ ਕਰਦੇ ਹਾਂ, ਇਹ ਸਾਰਿਆਂ ਦਾ ਗੁਰਮਤ ਦੇ ਨਾਲ ਕੀ ਸੰਬੰਧ ਹੈ, ਅੱਜ ਅਸੀਂ ਇਸ ਬਾਰੇ ਵਿਚਾਰ ਕਰਨ ਦੀ ਟਰਾਈ ਕਰਾਂਗੇ। ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਮੌਤ ਕੀ ਹੈ। ਜਦੋਂ ਅਸੀਂ ਆਮ ਬੰਦੇ ਦੇ ਨਾਲ ਇਹ ਵਿਚਾਰ ਕਰਦੇ ਹਾਂ ਕਿ ਮੌਤ ਕੀ ਹੈ, ਤਾਂ ਇਹਦਾ ਆਮ ਉੱਤਰ ਇਹ ਦਿੱਤਾ ਜਾਏਗਾ ਕਿ ਮੌਤ ਜੀਵਨ ਦਾ ਅੰਤ ਹੈ। ਮੌਤ ਜੀਵਨ ਦਾ ਅੰਤ ਹੈ। ਲੇਕਿਨ ਜਦੋਂ ਅਸੀਂ ਇਸ ਸੰਸਾਰ ਵੱਲ ਵੇਖਦੇ ਹਾਂ, ਸਾਇੰਸ ਦੀ ਰੋਸ਼ਨੀ ਵਿੱਚ ਵੇਖਦੇ ਹਾਂ, ਗੁਰਬਾਣੀ ਅਨੁਸਾਰ ਅਸੀਂ ਵੇਖਦੇ ਹਾਂ, ਤਾਂ ਸਾਨੂੰ ਸਮਝ ਪੈਂਦੀ ਹੈ ਕਿ ਮੌਤ ਜੀਵਨ ਦਾ ਅੰਤ ਨਹੀਂ ਹੈ। ਇਸ ਦੁਨੀਆ ਦੇ ਅੰਦਰ ਕੁਝ ਮਰਦਾ ਨਹੀਂ ਹੈ, ਇੱਥੇ ਸਾਰਾ ਕੁਝ ਕਨਵਰਟ ਹੁੰਦਾ ਹੈ, ਜਾਂ ਅਸੀਂ ਕਹਿ ਸਕਦੇ ਹਾਂ, ਇੱਕ ਸ਼ਬਦ ਵਰਤ ਸਕਦੇ ਹਾਂ, ਰੀਸਾਈਕਲਿੰਗ ਹੁੰਦਾ ਹੈ, ਮਰਦਾ ਕੁਝ ਨਹੀਂ ਹੈ। ਇਸ ਚੀਜ਼ ਨੂੰ ਅਸੀਂ ਐਵੇਂ ਸਮਝਣ ਦਾ ਯਤਨ ਕਰਨਾ ਹੈ ਜਿਵੇਂ ਅਸੀਂ ਫ੍ਰਿਜ ਦੇ ਅੰਦਰੋਂ ਬਰਫ਼ ਕੱਢਦੇ ਹਾਂ ਤੇ ਥੋੜੀ ਦੇਰ ਬਾਅਦ ਉਹ ਬਰਫ਼ ਖੁਰ ਜਾਏ, ਬਰਫ਼ ਖਤਮ ਹੋ ਜਾਏ, ਤਾਂ ਸਾਡੇ ਖਿਆਲ ਦੇ ਅੰਦਰ ਉਹ ਬਰਫ਼ ਖਤਮ ਹੋ ਗਈ। ਪਰ ਜਿਹੜਾ ਕੋਈ ਸਾਇੰਸ ਦਾ ਵਿਦਿਆਰਥੀ ਕੋਲ ਖਲੋਤਾ ਹੋਏਗਾ ਉਹ ਕਹੇਗਾ, ਭਾਈ ਸਾਹਿਬ, ਅੰਕਲ ਜੀ, ਇਹ ਜੋ ਬਰਫ਼ ਹੈ ਖਤਮ ਨਹੀਂ ਹੋਈ ਹੈ, ਇਹ ਕਨਵਰਟ ਹੋ ਗਈ ਹੈ ਪਾਣੀ ਵਿੱਚ, ਇਹ ਪਦਾਰਥ ਨੇ ਰੂਪ ਚੇਂਜ ਕੀਤਾ ਹੈ, ਇਹ ਪਹਿਲਾਂ ਵੀ ਪਾਣੀ ਹੀ ਸੀ। ਤੇ ਜੇ ਪਾਣੀ ਨੂੰ ਧੁੱਪ ਵਿੱਚ ਰੱਖੀਏ ਜਾਂ ਅੱਗ ਤੇ ਰੱਖੀਏ ਤਾਂ ਪਾਣੀ ਹੌਲੇ ਹੌਲੇ ਵਾਸ਼ਪ ਬਣ ਜਾਏਗਾ, ਖਤਮ ਹੋ ਜਾਏਗਾ। ਸਾਡੇ ਖਿਆਲ ਵਿੱਚ ਪਾਣੀ ਖਤਮ ਹੋ ਗਿਆ,
पर एक साइंस का विद्यार्थी कहेगा अंकल पानी खत्म नहीं होया, पानी ने अपना रूप कन्वर्ट किया है, वो पहला भी वाष्प सी, खत्म नहीं होया, वाष्प के अंदर कन्वर्ट हो गया है। जदों उस पानी ਨੂੰ फिर ठंडक मिलेगी, वाष्प ਨੂੰ ठंडक मिलेगी, वो फिर पानी बन जाएगा। ਤੇ पानी का जो टैंपरेचर माइनस होएगा वो फिर बर्फ बन जाएगी, बर्फ ਨੂੰ टैंपरेचर मिलेगा वो पानी बन जाएगा, पानी का टैंपरेचर ਵਧੇਗਾ वो वाष्प बन जाएगा। रीसाइकलिंग हो रहा है, रूप वटा रहा है पदार्थ, खत्म नहीं हो रहा। ਹੁਣ ਆਓ ਅਸੀਂ ਆਪਣੇ ਸਰੀਰ ਵੱਲ ਵੇਖਣ ਦਾ ਯਤਨ ਕਰੀਏ ਕਿ ਸਾਡੇ ਇਹ ਸਰੀਰ ਦਾ ਜਦੋਂ ਅੰਤ ਹੁੰਦਾ ਹੈ, ਜਿਸ ਨੂੰ ਅਸੀਂ ਮੌਤ ਕਹਿੰਦੇ ਹਾਂ, ਤਾਂ ਉਦੋਂ ਕੀ ਹੋਏਗਾ। ਹੁਣ ਗੁਰਦੇਵ ਦਾ ਪਾਵਨ ਬਚਨ ਹੈ, ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਕਿ ਪੰਜਾਂ ਤੱਤਾਂ ਤੋਂ ਇਹ ਸ੍ਰਿਸ਼ਟੀ ਬਣੀ ਹੈ, ਪੰਜਾਂ ਤੱਤਾਂ ਤੋਂ ਮੇਰਾ ਇਹ ਸਰੀਰ ਬਣਿਆ ਹੈ। ਜਿਵੇਂ ਕੱਲ ਗਿਆਨੀ ਦੀਪਿੰਦਰ ਸਿੰਘ ਜੀ ਨੇ ਬੜੇ ਵਿਸਥਾਰ ਦੇ ਨਾਲ ਇਹ ਚੀਜ਼ਾਂ ਪੇਸ਼ ਕੀਤੀਆਂ ਸੀ। ਪੰਜਾਂ ਤੱਤਾਂ ਤੋਂ ਮੇਰਾ ਸਰੀਰ ਬਣਿਆ ਹੋਇਆ। ਜਿਸ ਦਿਨ ਮੇਰੀ ਮੌਤ ਹੋਏਗੀ, ਜਿਸ ਨੂੰ ਅਸੀਂ ਮੌਤ ਕਹਿੰਦੇ ਹਾਂ, ਉਸ ਦਿਨ ਇਹ ਸਰੀਰ ਨੂੰ ਜਲਾਇਆ ਜਾਏਗਾ। ਤਾਂ ਕੀ ਹੋਏਗਾ ਕਿ ਮੇਰੇ ਸਰੀਰ ਅੰਦਰ ਜੋ 70% ਪਾਣੀ ਹੈ ਉਹ ਅੱਗ ਦੇ ਨਾਲ ਮਿਲ ਕੇ ਭਾਫ ਬਣ ਕੇ ਆਕਾਸ਼ ਵਿੱਚ ਉੱਡ ਜਾਏਗਾ। ਪਾਣੀ ਦਾ ਹਿੱਸਾ ਪਾਣੀ ਵਿੱਚ ਮਿਲ ਜਾਏਗਾ। ਜੋ ਮੇਰੇ ਸਰੀਰ ਅੰਦਰਲੀ ਅਗਨ ਹੈ ਉਹ ਅਗਨ ਵਿੱਚ ਮਿਲ ਜਾਏਗੀ। ਜੋ ਮੇਰੇ ਸਰੀਰ ਵਿੱਚ ਕੈਲਸ਼ੀਅਮ, ਆਇਰਨ ਵਗੈਰਾ ਜੋ ਵੀ ਮਿੱਟੀ ਦਾ ਤੱਤ ਹੈ ਉਹ ਮਿੱਟੀ ਵਿੱਚ ਮਿਲ ਜਾਏਗੀ। ਮਿੱਟੀ ਮਿੱਟੀ ਵਿੱਚ ਮਿਲ ਜਾਏਗੀ, ਰਾਖ ਬਣ ਜਾਏਗੀ। ਹਵਾ ਹਵਾ ਦੇ ਅੰਦਰ ਮਿਲ ਜਾਏਗੀ। ਆਕਾਸ਼ ਆਕਾਸ਼ ਵਿੱਚ ਮਿਲ ਜਾਏਗਾ। ਤੇ ਜੋ ਮੇਰੇ ਸਰੀਰ ਵਿੱਚ ਐਨਰਜੀ ਹੈ ਉਹ ਐਨਰਜੀ ਵਿੱਚ ਮਿਲ ਜਾਏਗੀ, ਜਿਸ ਨੂੰ ਅਸੀਂ ਜੋਤ ਕਹਿੰਦੇ ਹਾਂ। ਖਤਮ ਕੁਛ ਨਹੀਂ ਹੋਇਆ। ਪੰਜ ਤੱਤ ਆਪਣੇ ਆਪਣੇ ਤੱਤਾਂ ਦੇ ਵਿੱਚ ਮਿਲ ਗਏ ਔਰ ਜੋਤ ਜੋਤ ਵਿੱਚ ਮਿਲ ਗਈ, ਯਾਨੀ ਜੋ ਐਨਰਜੀ ਸੀ ਉਹ ਐਨਰਜੀ ਵਿੱਚ ਮਿਲ ਗਈ। ਖਤਮ ਕੁਛ ਨਹੀਂ ਹੋਇਆ। ਹੁਣ ਇਹ ਤੱਤਾਂ ਦਾ ਕੀ ਹੋਏਗਾ, ਕਿਉਂਕਿ ਖਤਮ ਹੋਇਆ ਹੀ ਨਹੀਂ ਕੁਛ। ਤਾਂ ਫਿਰ ਇਸ ਤਰ੍ਹਾਂ ਜਦੋਂ ਮੇਰੇ ਸਰੀਰ ਤੋਂ ਜੋ 70% ਪਾਣੀ ਵਾਸ਼ਪ ਬਣ ਕੇ ਆਕਾਸ਼ ਵਿੱਚ ਉੱਡਿਆ, ਜਦ ਉਸ ਨੂੰ ਠੰਡਕ ਮਿਲੇਗੀ ਤਾਂ ਉਹ ਤਰੇਲ ਬਣ ਕੇ ਧਰਤੀ ਤੇ ਡਿੱਗੇਗਾ। ਉਹ ਘਾਸ ਨੂੰ ਜਾਂ ਵਨਸਪਤੀ ਨੂੰ ਜੀਵਨ ਦੇ ਰਿਹਾ ਹੋਏਗਾ। ਪਾਣੀ ਖਤਮ ਨਹੀਂ ਹੋਇਆ, ਦੂਜੀ ਜਗ੍ਹਾ ਤੇ ਜੀਵਨ ਦੇ ਰਿਹਾ ਹੈ। ਜੋ ਮੇਰੇ ਸਰੀਰ ਚੋਂ ਹਵਾ ਬਾਹਰ ਹਵਾ ਵਿੱਚ ਮਿਲੀ, ਉਹਦੇ ਚੋਂ ਰੁੱਖ ਦਰਖਤ ਸਵਾਸ ਲੈ ਰਹੇ ਹੋਣਗੇ ਔਰ ਉਹ ਅੱਗੇ ਆਕਸੀਜਨ ਬਣਾ ਰਹੇ ਹੋਣਗੇ। ਉਸ ਆਕਸੀਜਨ ਦੇ ਵਿੱਚ ਆਮ ਬੰਦਾ ਸਾਹ ਲੈ ਰਿਹਾ ਹੋਏਗਾ, ਯਾਨੀ ਉਹ ਹੋਰ ਥਾਂ ਤੇ ਜੀਵਨ ਦੇ ਰਹੀ ਹੋਵੇਗੀ। ਜੋ ਮੇਰੇ ਸਰੀਰ ਦਾ ਮਿੱਟੀ ਦਾ ਹਿੱਸਾ ਸੀ ਉਹ ਮਿੱਟੀ ਵਿੱਚ ਜੀਵਨ ਦੇ ਰਿਹਾ ਹੋਵੇਗਾ। ਤਾਂ ਇਸ ਤਰ੍ਹਾਂ ਇਹ ਪੰਜੇ ਤੱਤ ਪੰਜਾਂ ਤੱਤਾਂ ਵਿੱਚ ਮਿਲ ਗਏ, ਕੁਛ ਵੀ ਖਤਮ ਨਹੀਂ ਹੋਇਆ। ਇਸ ਪ੍ਰਥਾਏ ਗੁਰਦੇਵ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਕਰਕੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ ਹੈ। ਪਵਨੈ ਮੈਂ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, रोवन हारे की कवन टेक, कौन मुआ रे कौन मुआ, ब्रह्म ज्ञानी मिल करो बिचारा, ये तो चलत पया। अगली किछ खबर ना पाई, रोवन हार पे ऊट सिधाई। कि अगली किसी ਨੂੰ कोई खबर नहीं, रोन वाला बंदा भी एक दिन चला जाता है इस दुनिया तो। भरम मोह के बांधे बांध, सुपन पया पखलाए अंध, ਇਹ तो रचन रचिया करतार, आवत जावत हुक्म अपार। की यानी आना जमना और मर जाना ये उस प्रभु का हुक्म है, जिवें मैं पहला आप दे नाल विचार कर चुका। अगला बचन करदे ने, नह को मुआ ना मरने जोग, नह बिनसे अविनाशी होग। उंज ना कोई मारदा है और ना ही कोई मरन जोगा है, क्योंकि ये अविनाशी है, ये कदे खत्म नहीं हुंदा। जो ये जानो सो ये नाहे, जानन हारे को बल जाओ। कहो नानक गुर परम चुकाया, ना को मरे ना कोई मरे ना आवे जाया। कहो नानक गुर परम चुकाया, ना कोई मरे ना आवे जाया। गुरु ने भरम दूर कर दिता कि ना कोई मरदा है ना कोई आउंदा है ना कोई जांदा है। जदों असीं साइंस नूं पढ़दे हां ना, तां अज दी साइंस भी कहंदी है कि एनर्जी नूं ना असीं पैदा कर सकदे हां, ना इहनूं खत्म कर सकदे हां, ਇਹਨੂੰ ਯੂਜ਼ ਕਰ ਸਕਦੇ ਹਾਂ, ਕਨਵਰਟ ਕਰ ਸਕਦੇ ਹਾਂ।
ਤਾਂ ਇੱਥੇ ਸਾਰਾ ਕੁਝ ਰੀਸਾਈਕਲਿੰਗ ਹੋ ਰਿਹਾ ਹੈ। ਕੁਛ ਮਰਦਾ ਨਹੀਂ, ਕੁਛ ਆਉਂਦਾ ਨਹੀਂ, ਕੁਛ ਜਾਂਦਾ ਨਹੀਂ, ਇਹ ਸਾਰਾ ਕੁਛ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ, ਮੌਤ ਜੀਵਨ ਦਾ ਅੰਤ ਨਹੀਂ ਹੈ, ਮੌਤ ਜੀਵਨ ਦਾ ਬਦਲਾਵ ਹੈ। ਆਪਣੇ ਤੱਤਾਂ ਦੇ ਵਿੱਚ ਤੱਤ ਮਿਲ ਜਾਣਾ, ਰੀਸਾਈਕਲਿੰਗ ਹੋ ਜਾਣਾ, ਇਹਨੂੰ ਅਸੀਂ ਮੌਤ ਕਹਿੰਦੇ ਹਾਂ। ਮੌਤ ਜੀਵਨ ਦਾ ਅੰਤ ਨਹੀਂ ਹੈ, ਕਿਉਂਕਿ ਇੱਥੇ ਅੰਤ ਕਿਸੇ ਚੀਜ਼ ਦਾ ਹੈ ਨਹੀਂ। ਗੁਰੂ ਜੀ ਦਾ ਪਾਵਨ ਬਚਨ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਕੇਵਲ ਸਾਡਾ ਇਹ ਸਰੀਰ ਜਿਹੜਾ ਹੈ, ਇਹ ਤੱਤਾਂ ਦੇ ਵਿੱਚ ਤੱਤ ਮਿਲ ਜਾਣਗੇ, ਇਹ ਆਕਾਰ ਖਤਮ ਹੋ ਜਾਏਗਾ ਤੇ ਉਹ ਤੱਤ ਅੱਗੇ ਹੋਰ ਰੂਪ ਦੇ ਅੰਦਰ ਆਪਣੇ ਮਹਾਨ ਤੱਤਾਂ ਦੇ ਵਿੱਚ ਹੋਰ ਕਿਤੇ ਜੀਵਨ ਦੇ ਰਹੇ ਹੋਣਗੇ। ਹੁਣ ਅਗਲੀ ਗੱਲ ਹੈ ਕਿ ਮੌਤ ਅਸਲ ਦੇ ਵਿੱਚ ਕੀ ਹੈ। ਦੋ ਕਿਸਮ ਦੀ ਮੌਤ ਅਸੀਂ ਮੰਨਦੇ ਹਾਂ। ਇੱਕ ਤਾਂ ਸਰੀਰਕ ਮੌਤ ਹੈ, ਜਦੋਂ ਸਾਡਾ ਸਿਸਟਮ ਫੇਲ ਹੁੰਦਾ ਹੈ, ਸਰੀਰ ਦਾ ਸਵਾਸ ਰੁਕਦੇ ਨੇ, ਜਾਂ ਹੋਰ ਕਿਸੇ ਕਾਰਨ ਕਰਕੇ ਸਰੀਰ ਦਾ ਸਿਸਟਮ ਫੇਲ ਹੁੰਦਾ ਹੈ, ਔਰ ਉਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਬੰਦੇ ਦੀ ਮੌਤ ਹੋ ਗਈ, ਬੰਦਾ ਮਰ ਗਿਆ। ਹੁਣ ਇਹਦਾ ਖੂਨ ਗਰਦਿਸ਼ ਨਹੀਂ ਕਰ ਰਿਹਾ, ਇਹ ਸਵਾਸ ਨਹੀਂ ਲੈ ਰਿਹਾ, ਇਹਦੀਆਂ ਅੱਖਾਂ ਹੈ ਨੇ ਪਰ ਇਹ ਵੇਖ ਨਹੀਂ ਰਿਹਾ, ਜ਼ਬਾਨ ਹੈ ਪਰ ਇਹ ਬੋਲ ਨਹੀਂ ਰਿਹਾ। ਇਹ ਮੌਤ ਹੋ ਗਈ ਸਰੀਰ ਦੀ। ਤੇ ਯਾਦ ਰੱਖਣਾ, ਇਹ ਮੌਤ ਹਰ ਇੱਕ ਦੀ ਹੋਣੀ ਹੈ, ਇਸ ਮੌਤ ਤੋਂ ਕੋਈ ਬਚ ਨਹੀਂ ਸਕਦਾ। ਹਾਂ, ਇੰਨਾ ਹੋ ਸਕਦਾ ਕੋਈ ਲੰਬਾ ਜੀਵਨ ਜੀ ਲਵੇ, ਪਰ ਬਾਬਾ ਫਰੀਦ ਜੀ ਕਹਿੰਦੇ ਨੇ, ਜੇ 100 ਵਰਿਆਂ ਜੀਵਣਾ ਭੀ ਤਨ ਹੋ ਸਿੱਖੇ, ਕਿ ਜੇ ਸੈਂਕੜੇ ਸਾਲ ਲੰਬੀ ਜ਼ਿੰਦਗੀ ਵੀ ਮਿਲ ਜਾਏ, ਹਜ਼ਾਰਾਂ ਸਾਲ ਲੰਬੀ ਜ਼ਿੰਦਗੀ ਮਿਲ ਜਾਏ, ਫਿਰ ਵੀ ਮਰਨਾ ਤੇ ਪਵੇਗਾ। ਸਰੀਰ ਦਾ ਤੇ ਫਿਰ ਵੀ ਅੰਤ ਹੋਏਗਾ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ। ਜੋ ਗੁਰਬਾਣੀ ਦੇ ਅੰਦਰ ਅਸਲ ਮੌਤ ਮੰਨੀ ਗਈ ਹੈ, ਉਹ ਹੈ ਆਤਮਕ ਮੌਤ। ਅਸਲ ਵਿੱਚ ਬੰਦਾ ਕਦੋਂ ਮਰ ਜਾਂਦਾ ਹੈ, ਇਹ ਚੀਜ਼ ਸਮਝਣ ਵਾਲੀ ਹੈ। ਇਸ ਮੌਤ ਤੋਂ ਅਸੀਂ ਬਚ ਸਕਦੇ ਹਾਂ, ਸਰੀਰਕ ਮੌਤ ਤੋਂ ਕੋਈ ਬਚ ਨਹੀਂ ਪਾਏਗਾ। ਅਸਲੀ ਬੰਦਾ ਕਦੋਂ ਮਰ ਜਾਂਦਾ ਹੈ, ਜਦੋਂ ਉਹ ਸੱਚਾਈ ਨਾਲੋਂ ਟੁੱਟ ਜਾਏ, ਯੂਨੀਵਰਸਲ ਟਰੁੱਥ ਦੇ ਨਾਲੋਂ ਟੁੱਟ ਜਾਏ, ਜਦੋਂ ਉਹਦੇ ਅੰਦਰੋਂ ਇਨਸਾਨੀਅਤ ਮਰ ਜਾਏ, ਜਦੋਂ ਉਹਦੀ ਜ਼ਮੀਰ ਮਰ ਜਾਏ, ਉਦੋਂ ਸਮਝ ਲਓ ਉਹਦੀ ਮੌਤ ਹੋ ਗਈ। ਗੁਰੂ ਜੀ ਕਹਿੰਦੇ ਨੇ ਨਾ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਕਿ ਜਦੋਂ ਤੱਕ ਮੈਂ ਤੈਨੂੰ ਆਖ ਨਾ ਤੇਰੇ ਨਾਮ ਦੇ ਨਾਲ ਜੁੜਿਆ, ਉਦੋਂ ਤੱਕ ਮੈਂ ਜਿੰਦਾ ਹਾਂ। ਜਦੋਂ ਮੈਂ ਤੇਰੇ ਗੁਣਾਂ ਨੂੰ ਵਿਸਾਰ ਦਿੰਦਾ, ਉਦੋਂ ਮੇਰੀ ਮੌਤ ਹੋ ਜਾਂਦੀ। ਫਾਰ ਐਗਜ਼ਾਮਪਲ, ਅਸੀਂ ਆਪਣੀ ਬੇਟੀ ਨੂੰ, ਭੈਣ ਨੂੰ ਇਹਨਾਂ ਅੱਖਾਂ ਦੇ ਨਾਲ ਵੇਖਦੇ ਹਾਂ, ਬੇਗਾਨੀ ਧੀ ਭੈਣ ਨੂੰ ਇਹਨਾਂ ਅੱਖਾਂ ਨਾਲ ਵੇਖਦੇ ਹਾਂ, ਪਰ ਉਦੋਂ ਸਾਡਾ ਨਜ਼ਰੀਆ ਕੀ ਹੁੰਦਾ ਹੈ, ਇਹਦੇ ਤੇ ਡਿਪੈਂਡ ਕਰੇਗਾ। ਜਦੋਂ ਅਸੀਂ ਕਿਸੇ ਧੀ ਭੈਣ ਨੂੰ ਕਾਮੁਕ ਨਜ਼ਰਾਂ ਨਾਲ ਤੱਕਦੇ ਹਾਂ, ਉਦੋਂ ਅੰਦਰੋਂ ਸਾਡੀ ਮੌਤ ਹੋ ਜਾਂਦੀ ਹੈ। ਇਨਸਾਨ ਉਦੋਂ ਮਰ ਜਾਂਦਾ ਹੈ, ਕਿਉਂਕਿ ਜ਼ਮੀਰ ਮਰੇਗੀ, ਇਨਸਾਨੀਅਤ ਮਰੇਗੀ, ਤਾਂ ਹੀ ਮੈਂ ਕਿਸੇ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਦੇਖਾਂਗਾ। ਵੈਸੇ ਤਾਂ ਬੰਦਾ ਨਹੀਂ ਇਹ ਕੰਮ ਕਰੇਗਾ। ਕਿਸੇ ਦੀ ਚੋਰੀ ਮੈਂ ਤਾਂ ਕਰਾਂਗਾ ਜੇ ਮੇਰੀ ਅੰਦਰੋਂ ਜ਼ਮੀਰ ਮਰੇਗੀ, ਇਨਸਾਨੀਅਤ ਮਰੇਗੀ। ਕਿਸੇ ਨਾਲ ਮੈਂ ਈਰਖਾ ਦਵੇਸ਼ ਤਾਂ ਕਰਾਂਗਾ ਜੇ ਮੇਰੇ ਅੰਦਰੋਂ ਜ਼ਮੀਰ ਮਰੇਗੀ। ਬੇਗਾਨਾ ਹੱਕ ਮੈਂ ਤਾਂ ਖਾ ਸਕਦਾ ਹਾਂ ਜੇ ਮੈਂ ਅੰਦਰੋਂ ਮਰ ਚੁੱਕਾ ਹਾਂ, ਅੰਦਰੋਂ ਇਨਸਾਨੀਅਤ ਮਰ ਗਈ ਹੋਵੇ। ਤਾਂ ਇਹਨੂੰ ਗੁਰਦੇਵ ਪਾਤਸ਼ਾਹ ਅਸਲ ਮੌਤ ਮੰਨਦੇ ਨੇ। ਅਸਲ ਮੌਤ ਕੀ ਹੈ? ਇਨਸਾਨੀਅਤ ਦਾ ਮਰ ਜਾਣਾ, ਸੱਚ ਦੇ ਨਾਲੋਂ ਟੁੱਟ ਜਾਣਾ। ਗੁਰਦੇਵ ਨੇ ਬਚਨ ਵੀ ਕੀਤਾ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਅਸਲ ਦੇ ਅੰਦਰ ਉਹ ਜ਼ਿੰਦਗੀ ਜੀ ਰਿਹਾ ਹੈ ਜਿਹੜਾ ਸੱਚ ਦੇ ਨਾਲ ਜੁੜਿਆ ਹੈ, ਰੱਬ ਦੇ ਨਾਲ ਜੁੜਿਆ ਹੈ, ਰੱਬੀ ਗੁਣਾਂ ਦੇ ਨਾਲ ਜੁੜਿਆ ਹੈ। ਨਾਨਕ ਅਵਰ ਨਾ ਜੀਵੈ ਕੋਈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕਿਛ ਖਾਏ। ਜੇ ਰੱਬ ਨੂੰ ਵਿਸਾਰ ਕੇ, ਸੱਚ ਨੂੰ ਵਿਸਾਰ ਕੇ ਕੋਈ ਜੀ ਰਿਹਾ ਨਾ, ਤਾਂ ਉਹ ਕੋਈ ਜੀਵਨ ਨਹੀਂ ਹੈ। ਉਹਦਾ ਖਾਣਾ ਪੀਣਾ ਬੋਲਣਾ ਸਭ ਕੁਝ ਹਰਾਮ, ਬੇਕਾਰ, ਵਿਅਰਥ ਹੈ। ਤਾਂ ਇਸ ਲਈ ਅਸਲ ਜੀਵਨ ਹੈ ਸੱਚ ਦੇ ਨਾਲ ਜੁੜ ਕੇ ਜੀਣਾ। ਮਨ, ਬਚਨ ਔਰ ਕਰਮ ਕਰਕੇ ਜੋ ਸੱਚ ਦੇ ਨਾਲ ਜੁੜਿਆ ਹੈ, ਉਹ ਇਨਸਾਨ ਜਿੰਦਾ ਹੈ। ਕਿ ਜਿਹੜਾ ਬੰਦਾ ਮਨ ਕਰਕੇ ਕੁਝ ਹੋਰ ਹੈ, ਜ਼ਬਾਨ ਕੁਝ ਹੋਰ ਬੋਲ ਰਹੀ ਹੈ, ਵਿਹਾਰ ਉਹਦਾ ਕੋਈ ਹੋਰ ਹੈ, ਉਹ ਇਨਸਾਨ ਅੰਦਰੋਂ ਮਰਿਆ ਹੋਇਆ ਹੈ, ਉਹ ਜਿਉਂਦਾ ਇਨਸਾਨ ਨਹੀਂ। ਜਿਹੜਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ, ਉਹ ਮਰਿਆ ਹੋਇਆ ਹੈ, ਮਰਿਆ ਹੋਇਆ ਹੈ ਅੰਦਰੋਂ, ਕਿਉਂਕਿ ਕਹਿ ਕੁਛ ਹੋਰ ਰਿਹਾ ਹੈ, ਕਰ ਕੁਛ ਹੋਰ ਰਿਹਾ ਹੈ।
ਤਾਂ ਜ਼ਰੂਰਤ ਹੈ ਜਿੰਦਾ ਇਨਸਾਨ ਦੀ। ਅੱਜ ਤੁਸੀਂ ਇਸ ਦੁਨੀਆ ਵੱਲ ਵੇਖੋਗੇ ਨਾ, ਤੁਹਾਨੂੰ ਜਿਉਂ ਦੀਆਂ ਲਾਸ਼ਾਂ ਨਜ਼ਰੀ ਪੈਣਗੀਆਂ, ਜਿਉਂ ਦੀਆਂ ਲਾਸ਼ਾਂ। ਜਿਉਂਦੇ ਇਨਸਾਨ ਬਹੁਤ ਘੱਟ ਨਜ਼ਰੀ ਪੈਣਗੇ, ਜਿਉਂ ਦੀਆਂ ਲਾਸ਼ਾਂ ਤੁਹਾਨੂੰ ਨਜ਼ਰੀ ਪੈਣਗੀਆਂ। ਰਾਜਨੀਤੀ ਦੀ ਦੁਨੀਆ ਵੱਲ ਝਾਤ ਮਾਰੋ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਬਹੁਤਾਤ ਗਿਣਤੀ। ਰਾਜਨੀਤੀ ਦੀ ਦੁਨੀਆ ਵੱਲ ਝਾਤ ਮਾਰੋ ਤਾਂ ਤੁਹਾਨੂੰ ਉੱਥੇ ਕੁਰਸੀਆਂ ਦੇ ਉੱਤੇ ਬੈਠੀਆਂ ਜਿਉਂ ਦੀਆਂ ਲਾਸ਼ਾਂ ਦਿਸਣਗੀਆਂ, ਜਿਨ੍ਹਾਂ ਕਰਕੇ ਦੇਸ਼ਾਂ ਦੇ ਅੰਦਰ ਰਿਸ਼ਵਤਖੋਰੀ ਹੈ, ਜੋ ਧਰਮ ਦੇ ਨਾਮ ਦੇ ਉੱਤੇ ਲੋਕਾਂ ਨੂੰ ਲੜਾ ਰਹੇ ਨੇ, ਜੋ ਆਪਣੀ ਹੀ ਜਨਤਾ ਦਾ ਪੈਸਾ ਖਾਈ ਜਾ ਰਹੇ ਨੇ। ਕੀ ਉਹ ਜਿਉਂਦੇ ਇਨਸਾਨ ਨੇ? ਜਿਉਂ ਦੀਆਂ ਲਾਸ਼ਾਂ ਨੇ। ਉਹ ਇਨਸਾਨੀਅਤ ਅੰਦਰੋਂ ਮਰ ਗਈ ਹੈ। ਸਮਾਜਿਕ ਦੁਨੀਆ ਦੇ ਅੰਦਰ ਤੁਹਾਨੂੰ ਜਿਉਂ ਦੀਆਂ ਲਾਸ਼ਾਂ ਫਿਰਦੀਆਂ ਨਜ਼ਰੀ ਪੈਣਗੀਆਂ, ਜੋ ਜਾਤੀਵਾਦ ਦਾ ਵਿਤਕਰਾ ਕਰਦੇ ਨੇ ਕਿ ਇਹ ਉੱਚੀ ਜਾਤ ਦਾ ਹੈ, ਇਹ ਨੀਵੀਂ ਜਾਤ ਦਾ ਹੈ। ਉਹਦੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੈ, ਕਿਉਂਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਹੁਣ ਜਿਹਦੇ ਅੰਦਰ ਜਾਤੀਵਾਦ ਕਰਕੇ ਊਚ ਨੀਚ ਦੇ ਭਰਮ ਭੇਦ ਨੇ, ਉਹਦੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੈ। ਜਿਉਂਦਾ ਇਨਸਾਨ ਕਿਸੇ ਨੂੰ ਜਾਤ ਕਰਕੇ ਨੀਵਾਂ ਔਰ ਉੱਚਾ ਨਹੀਂ ਮੰਨੇਗਾ। ਜਿਉਂਦੀਆਂ ਲਾਸ਼ਾਂ ਤੁਹਾਨੂੰ ਦਿਸਣਗੀਆਂ। ਆਰਥਿਕ ਦੁਨੀਆ ਦੇ ਅੰਦਰ ਤੁਹਾਨੂੰ ਜਿਉਂਦੀਆਂ ਲਾਸ਼ਾਂ ਨਜ਼ਰੀ ਪੈ ਜਾਣਗੀਆਂ, ਜੋ ਸਿੰਥੈਟਿਕ ਦੁੱਧ ਬਣਾ ਰਹੇ ਨੇ, ਸਿੰਥੈਟਿਕ ਖੋਇਆ ਬਣਾ ਰਹੇ ਨੇ, ਡੁਪਲੀਕੇਟ ਦਵਾਈਆਂ ਵੇਚ ਰਹੇ ਨੇ, ਜਾਂ ਜੋ 2 ਨੰਬਰ ਦੇ ਧੰਦੇ ਕਰ ਰਹੇ ਨੇ, ਉਹ ਜਿਉਂਦੀਆਂ ਲਾਸ਼ਾਂ ਹੀ ਨੇ। 10 ਨਵਾਂ ਦੀ ਕਿਰਤ ਕਮਾਈ ਕਰਨ ਵਾਲੇ ਚੰਦ ਲੋਕ ਨੇ ਜੋ ਜਿਉਂਦੇ ਨੇ। ਧਰਮ ਦੀ ਦੁਨੀਆ ਵਿੱਚ ਜਿਉਂਦੇ ਇਨਸਾਨ ਚਾਹੀਦੇ ਸਨ, ਪਰ ਕੁਝ ਲੋਕਾਂ ਨੂੰ ਛੱਡ ਕੇ, ਜੋ ਬਹੁਤਾਤ ਗਿਣਤੀ ਹੈ, ਧਰਮ ਦੀ ਦੁਨੀਆ ਵਿੱਚ ਆਪ ਨੂੰ ਜਿਉਂਦੀਆਂ ਲਾਸ਼ਾਂ ਨਜ਼ਰੀ ਪੈਣਗੀਆਂ, ਜੋ ਧਰਮ ਦੇ ਨਾਮ ਤੇ ਲੜਾਈ ਦੰਗੇ ਫਸਾਦ ਕਰ ਰਹੇ ਨੇ, ਜੋ ਧਰਮ ਦੇ ਨਾਮ ਤੇ ਲੋਕਾਂ ਦਾ ਇਮੋਸ਼ਨਲ ਬਲੈਕਮੇਲ ਕਰ ਰਹੇ ਨੇ, ਜੋ ਧਰਮ ਦੇ ਨਾਮ ਦੇ ਉੱਤੇ ਅੰਧ ਵਿਸ਼ਵਾਸ ਫੈਲਾ ਰਹੇ ਨੇ, ਜਿਉਂਦੀਆਂ ਲਾਸ਼ਾਂ ਹੀ ਨੇ। ਇਸ ਲਈ ਗੁਰਦੇਵ ਪਾਤਸ਼ਾਹ ਅਸਲ ਜੀਵਨ ਮੰਨ ਰਹੇ ਨੇ ਆਤਮਿਕ ਜੀਵਨ। ਇਸ ਮੌਤ ਤੋਂ, ਆਤਮਿਕ ਮੌਤ ਤੋਂ ਅਸੀਂ ਬਚ ਸਕਦੇ ਹਾਂ, ਸਾਡੇ ਹੱਥ ਵਿੱਚ ਹੈ। ਸਰੀਰਕ ਮੌਤ ਸਾਰਿਆਂ ਨੂੰ ਆਉਣੀ ਹੈ, ਇਹ ਆਏਗੀ ਹੀ ਆਏਗੀ। ਕਿਸੇ ਨੂੰ 4 ਦਿਨ ਪਹਿਲਾਂ ਆ ਗਈ, ਕਿਸੇ ਨੂੰ 4 ਦਿਨ ਬਾਅਦ ਵਿੱਚ ਆ ਗਈ। ਤਾਂ 2 ਕਿਸਮ ਦੀ ਮੌਤ ਹੈ, ਸਰੀਰਕ ਮੌਤ ਔਰ ਇੱਕ ਆਤਮਿਕ ਮੌਤ। ਸਰੀਰਕ ਮੌਤ ਤੋਂ ਬਚਿਆ ਨਹੀਂ ਜਾ ਸਕਦਾ, ਅੱਜ ਜਾਂ ਕੱਲ ਆਉਣੀ ਹੈ, ਪਰ ਆਤਮਿਕ ਮੌਤ ਤੋਂ ਬਚਿਆ ਜਾ ਸਕਦਾ ਹੈ ਜੇ ਅਸੀਂ ਪਾਵਨ ਬਾਣੀ ਦੇ ਨਾਲ ਜੁੜ ਜਾਈਏ। ਮਰੇ ਹੋਏ ਬੰਦੇ ਦੀ ਨਿਸ਼ਾਨੀ ਜੇ ਤੁਸੀਂ ਸਮਝਣਾ ਹੋਵੇ ਨਾ ਕਿ ਬਹੁ ਗਿਣਤੀ ਮਰ ਚੁੱਕੀ ਹੈ, ਤਾਂ ਉਹਦਾ ਇੱਕ ਪ੍ਰੂਫ ਹੈ। ਪੁਲਿਸ ਦੇ ਕੋਲ ਕੁੱਤੇ ਨੇ ਰੱਖੇ ਹੋਏ, ਕੁੱਤਾ ਸੁੰਘ ਕੇ ਦੱਸਦਾ ਹੈ ਇਹ ਬੰਦਾ ਚੋਰ ਹੈ, ਕੁੱਤਾ ਸੁੰਘ ਕੇ ਦੱਸਦਾ ਇਹ ਬੰਦਾ ਕਾਤਲ ਹੈ, ਕੁੱਤਾ ਸੁੰਘ ਕੇ ਦੱਸ ਰਿਹਾ ਕਿ ਇਸ ਬੰਦੇ ਦੀ ਅਟੈਚੀ ਵਿੱਚ ਕੋਈ ਨਜਾਇਜ਼ ਪਦਾਰਥ ਹੈ। ਹੁਣ ਦੇਖੋ, ਚੋਰੀਆਂ ਬੰਦਾ ਕਰੇ, ਡਾਕੇ ਬੰਦਾ ਮਾਰੇ, ਬਲੈਕ ਬੰਦਾ ਕਰੇ, ਤੇ ਬੰਦੇ ਦੀਆਂ ਚੋਰੀਆਂ ਕੁੱਤਾ ਲੱਭਣ ਲੱਗ ਜਾਏ, ਇਸ ਤੋਂ ਵੱਧ ਬੰਦੇ ਵਾਸਤੇ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ? ਇਹਦੇ ਨਾਲੋਂ ਵੱਡਾ ਕਲੰਕ ਬੰਦੇ ਦੇ ਮੱਥੇ ਤੇ ਕੀ ਹੋ ਸਕਦਾ ਹੈ? ਤਾਂ ਗੁਰੂ ਪਾਤਸ਼ਾਹ ਜੀ ਆਤਮਿਕ ਮੌਤ ਨੂੰ ਮੌਤ ਅਸਲ ਦੇ ਅੰਦਰ ਮੰਨ ਰਹੇ ਨੇ। ਇਸ ਆਤਮਿਕ ਮੌਤ ਤੋਂ ਬਚਣਾ ਹੈ, ਆਪਣੇ ਅੰਦਰ ਇਨਸਾਨੀਅਤ ਪੈਦਾ ਕਰਨੀ ਹੈ। ਉਸ ਦਿਨ ਸਾਡਾ ਆਪਣਾ ਜੀਵਨ, ਸਾਡਾ ਪਰਿਵਾਰ ਔਰ ਸਾਡਾ ਇਹ ਸਮਾਜ ਬੇਗਮਪੁਰਾ ਹੋ ਜਾਏਗਾ, ਇਹ ਸੰਸਾਰ ਸਵਰਗ ਹੋ ਜਾਏਗਾ, ਔਰ ਉਸ ਦਿਨ ਅਸਲ ਦੇ ਅੰਦਰ ਇਨਸਾਨੀਅਤ ਦੇ ਦਰਸ਼ਨ ਹੋਣਗੇ। ਹੁਣ ਅਗਲੀ ਗੱਲ ਹੈ ਕਿ ਜਮ ਕੀ ਹੈ। ਆਮ ਕਰਕੇ ਜਮ ਮੰਨਦੇ ਨੇ ਨਾ ਕਿ ਝੂਟਿਆਂ ਤੇ ਚੜ ਕੇ ਆਉਂਦੇ ਨੇ ਬੰਦੇ ਨੂੰ ਲੈਣ ਲਈ। ਤਾਂ ਜਮ ਅਸਲ ਦੇ ਅੰਦਰ ਕਹਿੰਦੇ ਨੇ ਮੌਤ ਦੇ ਕਾਰਨ ਨੂੰ। ਜੇ ਕੋਈ ਬੁਖਾਰ ਦੇ ਨਾਲ ਮਰ ਗਿਆ ਤਾਂ ਬੁਖਾਰ ਜਮ ਹੋ ਗਿਆ ਨਾ, ਮੌਤ ਦਾ ਕਾਰਨ। ਹੁਣ ਦੇਖੋ, ਅੱਜ ਕੱਲ ਕੋਰੋਨਾ ਦੇ ਨਾਲ ਕਿਤਨੀਆਂ ਮੌਤਾਂ ਹੋ ਰਹੀਆਂ ਨੇ, ਤਾਂ ਕੋਰੋਨਾ ਜਮ ਹੋ ਗਿਆ। ਜਿਸ ਦੀ ਮੌਤ ਕੋਰੋਨਾ ਨਾਲ ਹੋਊਗੀ, ਜਮ ਹੋ ਗਿਆ ਨਾ ਕੋਰੋਨਾ। ਕੋਈ ਟੀਬੀ ਨਾਲ ਮਰ ਗਿਆ ਤਾਂ ਟੀਬੀ ਹੋ ਗਈ ਜਮ। ਕੋਈ ਕੈਂਸਰ ਨਾਲ ਮਰ ਗਿਆ, ਉਹਦੇ ਵਾਸਤੇ ਕੈਂਸਰ ਜਮ ਹੋ ਗਿਆ। ਜਮ ਦਾ ਮਤਲਬ ਹੈ ਆਤਮਿਕ ਸਰੀਰਕ ਮੌਤ ਦਾ ਜੋ ਕਾਰਨ ਹੈ ਉਹ ਜਮ ਹੈ। ਹੁਣ ਗੁਰਬਾਣੀ ਦੇ ਅੰਦਰ ਜੋ ਜਮ ਮੰਨੇ ਗਏ ਨੇ ਉਹ ਕੀ ਨੇ, ਇਹ ਚੀਜ਼ ਸਮਝਣ ਵਾਲੀ ਹੈ। ਜੋ ਸਾਡੀ ਸਰੀਰਕ ਮੌਤ ਦਾ ਕਾਰਨ ਬਣੇ ਉਹ ਹੋ ਗਿਆ ਜਮ,
ਤੇ ਜੋ ਸਾਡੀ ਆਤਮਕ ਮੌਤ ਦਾ ਕਾਰਨ ਬਣੇ, ਗੁਰਦੇਵ ਨੇ ਉਹਨੂੰ ਵੀ ਜਮ ਕਿਹਾ ਹੈ। ਕਿੰਨੇ ਸਾਰੇ ਜਮ ਨੇ, ਜਿਹੇ ਮਹਾ ਭਿਆਨ ਦੂਤ ਜਮ ਦਲੇ, ਕਹਿ ਕੇਵਲ ਨਾਮ ਸੰਗ ਤੇਰੇ ਚੱਲੇ। ਕਿ ਇਹ ਮਨੁੱਖਾ ਇਸ ਜੀਵਨ ਸਫਰ ਦੇ ਅੰਦਰ ਜਿੱਥੇ ਜਮਦੂਤਾਂ ਦੇ ਦਲਾਂ ਦੇ ਦਲ ਨੇ, ਫੌਜਾਂ ਦੀਆਂ ਫੌਜਾਂ ਨੇ, ਇਹ ਜਮਦੂਤਾਂ ਤੋਂ ਤੈਨੂੰ ਬਚਾਉਣ ਵਾਸਤੇ ਤੇਰੇ ਨਾਲ ਕੇਵਲ ਪ੍ਰਭੂ ਦਾ ਨਾਮ ਚੱਲੇਗਾ, ਰੱਬੀ ਗੁਣ ਚੱਲਣਗੇ, ਉਹ ਤੈਨੂੰ ਇਹਨਾਂ ਜਮਾਂ ਤੋਂ ਬਚਾਉਣਗੇ। ਤੇ ਉਹ ਜਮ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ, ਤੇਰ, ਭਰੂਣ ਹੱਤਿਆ, ਜਾਤੀਵਾਦ, ਦਾਜ, ਦਹੇਜ, ਲੜਾਈ, ਦੰਗੇ, ਫਸਾਦ, ਇਹ ਸਭ ਜਮ ਨੇ ਜੋ ਬੰਦੇ ਦੀ ਆਤਮਕ ਮੌਤ ਦਾ ਕਾਰਨ ਬਣ ਜਾਂਦੇ। ਜਦੋਂ ਅਸੀਂ ਕਿਸੇ ਦੀ ਕੋਈ ਛੋਟੀ ਮੋਟੀ ਚੁਗਲੀ ਕਰਕੇ ਕਿਸੇ ਦਾ ਰਿਸ਼ਤਾ ਤੁੜਵਾ ਦਿੰਦੇ ਆ, ਤਾਂ ਉਦੋਂ ਉਹ ਚੁਗਲੀ ਸਾਡੇ ਵਾਸਤੇ ਜਮ ਹੀ ਬਣ ਜਾਂਦੀ ਹੈ ਨਾ, ਸਾਡੀ ਆਤਮਕ ਮੌਤ ਦਾ ਕਾਰਨ ਬਣਦੀ। ਆਤਮਕ ਮੌਤ ਦਾ ਕਾਰਨ, ਅਸੀਂ ਕਿਸੇ ਦਾ ਹੱਕ ਖਾ ਲਿਆ ਤਾਂ ਉਹ ਜਿਹੜਾ ਬੇਗਾਨਾ ਹੱਕ ਖਾਣਾ ਹੈ, ਉਹ ਸਾਡੇ ਵਾਸਤੇ ਆਤਮਕ ਮੌਤ ਦਾ ਕਾਰਨ ਬਣ ਗਿਆ, ਜਮ ਹੋ ਗਿਆ। ਇਸ ਤਰ੍ਹਾਂ ਇਹਨਾਂ ਵਿਕਾਰਾਂ ਨੂੰ ਗੁਰਬਾਣੀ ਨੇ ਜਮ ਕਿਹਾ ਹੈ, ਜੋ ਸਾਡੀ ਆਤਮਕ ਮੌਤ ਦਾ ਕਾਰਨ ਬਣਦੇ ਨੇ। ਤੇ ਇਹਨਾਂ ਜਮਾਂ ਤੋਂ ਬਚਣ ਵਾਸਤੇ ਸਾਨੂੰ ਗੁਰਦੇਵ ਨੇ ਪ੍ਰਭੂ ਦੇ ਗੁਣ ਦਿੱਤੇ ਨੇ। ਬਾਰੰਬਾਰ ਬਾਰ ਪ੍ਰਭ ਜਪੀਏ, ਗੁਣ ਕਹੇ ਗੁਣੀ ਸਮਾਵਣਿਆ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਕਿ हे ਪ੍ਰਭੂ, ਤੇਰੇ ਗੁਣਾਂ ਦਾ ਪ੍ਰਤਾਪ ਵੇਖ ਕੇ ਇਹ ਜਮਦੂਤ ਬੰਦੇ ਨੂੰ ਛੱਡ ਜਾਂਦੇ ਨੇ। ਜਿਸ ਹਿਰਦੇ ਦੇ ਅੰਦਰ, ਜਿਸ ਮੈਂਟੈਲਿਟੀ ਦੇ ਅੰਦਰ ਸੱਚ ਹੈ, ਉਹਦੇ ਨੇੜੇ ਝੂਠ ਕਦੇ ਆਏਗਾ ਨਹੀਂ। ਝੂਠ ਰੂਪੀ ਜਮ ਛੱਡ ਜਾਏਗਾ। ਜਿਹਦੇ ਅੰਦਰ ਸੰਤੋਖ ਹੈ, ਉਹਦੇ ਨੇੜੇ ਲੋਭ ਦਾ ਜਮ ਨਹੀਂ ਆਏਗਾ। ਜਿਹਦੇ ਅੰਦਰ ਉੱਚਾ ਆਚਰਣ ਹੈ, ਤਾਂ ਨੀਵਾਂ ਆਚਰਣ ਦਾ ਜਮ ਉਹਦੇ ਨਜ਼ਦੀਕ ਆਏਗਾ ਨਹੀਂ। ਇਹ ਜਮਾਂ ਤੋਂ ਬਚਣ ਵਾਸਤੇ ਗੁਰਦੇਵ ਨੇ ਸਾਨੂੰ ਬਾਣੀ ਦਿੱਤੀ ਹੈ, ਰੱਬੀ ਗੁਣ ਦਿੱਤੇ ਨੇ। ਪ੍ਰਭੂ ਦਾ ਨਾਮ, ਰੱਬ ਦੇ ਗੁਣ, ਰੱਬੀ ਗੁਣ ਜਿੱਥੇ ਨੇ, ਇਹਨਾਂ ਰੱਬੀ ਗੁਣਾਂ ਦੇ ਪ੍ਰਤਾਪ ਨੂੰ ਵੇਖ ਕੇ ਇਹ ਜਮਦੂਤ ਮਨੁੱਖ ਦੇ ਨੇੜੇ ਨਹੀਂ ਆਉਂਦੇ, ਔਰ ਮਨੁੱਖ ਆਤਮਕ ਮੌਤ ਤੋਂ ਬਚ ਜਾਂਦਾ ਹੈ, ਉਹਨੂੰ ਆਤਮਕ ਮੌਤ ਨਹੀਂ ਹੁੰਦੀ। ਅਗਲੀ ਗੱਲ ਹੈ ਕਿ ਚਿਤਰਗੁਪਤ ਕੀ ਨੇ। ਆਮ ਕਰਕੇ ਬਿਆਨ ਕੀਤਾ ਜਾਂਦਾ ਹੈ ਕਿ ਧਰਮਰਾਜ ਨੇ ਚਿਤਰਗੁਪਤ ਰੱਖੇ ਹੋਏ ਨੇ, ਜੋ ਬੰਦੇ ਦਾ ਦਿਨ ਔਰ ਰਾਤ ਦਾ ਲੇਖਾ ਕਰਦੇ ਨੇ। ਚਿੱਤਰ ਔਰ ਗੁਪਤ ਸੱਜੇ ਔਰ ਖੱਬੇ ਮੋਢੇ ਦੇ ਉੱਤੇ ਬੈਠੇ ਹੁੰਦੇ ਨੇ। ਇੱਕ ਦਿਨ ਦਾ ਲੇਖਾ ਕਰ ਰਿਹਾ ਹੈ, ਇੱਕ ਰਾਤ ਦਾ ਲੇਖਾ ਕਰ ਰਿਹਾ। ਤੇ ਇਹ ਸਾਰੇ ਸਾਡਾ ਲੇਖਾ ਜੋਖਾ ਕਰਕੇ ਅੱਗੇ ਧਰਮਰਾਜ ਕੋਲ ਭੇਜਦੇ ਨੇ। ਫਿਰ ਉੱਥੇ ਉਹ ਲੇਖਾ ਜੋਖਾ ਵਾਚਿਆ ਜਾਂਦਾ ਹੈ ਤੇ ਉਹਦੇ ਮੁਤਾਬਕ ਸਾਨੂੰ ਫਲ ਮਿਲਦਾ ਹੈ। ਹੁਣ ਇਹ ਚੀਜ਼ਾਂ ਸੋਚਣ ਵਾਲੀਆਂ ਨੇ, ਗੁਰਮਤ ਨਹੀਂ ਮੰਨਦੀ, ਲੋਕ ਮੰਨਦੇ ਨੇ। ਹੁਣ ਪਹਿਲੀ ਗੱਲ ਤੇ ਇਹ ਸੋਚੋ ਕਿ ਚਿੱਤਰਗੁਪਤਾਂ ਦੀ ਗਿਣਤੀ ਕਿੰਨੀ ਹੋਏਗੀ। ਅਰਬਾਂ ਤੇ ਮਨੁੱਖ ਨੇ, ਇਸਤਰੀਆਂ ਪੁਰਸ਼ ਨੇ। ਇਸ ਤੋਂ ਇਲਾਵਾ ਨਿੱਕੇ ਨਿੱਕੇ ਬੈਕਟੀਰੀਏ ਤੋਂ ਲੈ ਕੇ ਵੱਡੇ ਹਾਥੀ ਤੱਕ ਕਿੰਨੇ ਜਾਨਵਰ ਨੇ, ਉਹਨਾਂ ਦਾ ਵੀ ਲੇਖਾ ਜੋਖਾ। ਕਿੰਨੇ ਚਿੱਤਰਗੁਪਤ ਹੋਣਗੇ, ਪਹਿਲੀ ਗੱਲ। ਦੂਜੀ ਗੱਲ, ਮੈਂ ਕਈ ਵਾਰੀ ਆਪਣੇ ਮੋਢਿਆਂ ਨੂੰ ਟੋਹ ਟੋਹ ਕੇ ਵੇਖਿਆ ਹੈ, ਕੱਪੜਿਆਂ ਸਮੇਤ ਵੀ ਜਦੋਂ ਇਸ਼ਨਾਨ ਕਰਨਾ, ਉਦੋਂ ਵੀ ਮੈਨੂੰ ਕਿਤੇ ਚਿੱਤਰਗੁਪਤ, ਮੈਨੂੰ ਤੇ ਰੜਕੇ ਨਹੀਂ, ਤੁਹਾਨੂੰ ਰੜਕੇ ਹੁਣ ਤੇ ਪਤਾ ਨਹੀਂ, ਜੇ ਹੁਣ ਤੇ ਫੀਲ ਤੇ ਹੋਏ। ਦੂਜੀ ਗੱਲ। ਤੀਜੀ ਗੱਲ, ਉਹ ਚਿੱਤਰਗੁਪਤ ਖਾਂਦੇ ਕੀ ਨੇ, ਉਹਨਾਂ ਨੂੰ ਖੁਰਾਕ ਕਿੱਥੋਂ ਹੁੰਦੀ ਹੈ, ਉਹਨਾਂ ਦਾ ਚੁੱਲ੍ਹਾ ਪਾਣੀ। ਜਦੋਂ ਰਸੋਈ ਰਸਾਈ ਬਣਾਉਣ ਜਾਂਦੇ ਹੋਣਗੇ, ਮੈਂ ਉਦੋਂ ਮਾੜਾ ਕਰਮ ਕਰ ਲਾਂ ਤੇ ਉਦੋਂ ਕੌਣ ਵਹਿੰਦਾ ਹੋਏਗਾ, ਮੈਨੂੰ ਪ੍ਰੋਬਲਮ ਆਏਗੀ ਨਾ। ਉਹ ਮਲ ਮੂਤਰ ਦਾ ਤਿਆਗ ਕਿੱਥੇ ਕਰਦੇ ਨੇ, ਆਪਣੀ ਕਿਰਿਆ ਕਰਮ ਕਿੱਥੇ ਕਰਦੇ ਨੇ, ਬ੍ਰਸ਼ ਵੀ ਤੇ ਕਰਦੇ ਹੋਣਗੇ, ਪਾਣੀ ਪੂਣੀ ਚਾਹੀਦਾ ਨਾ ਸਾਰਾ, ਉਹ ਕਿਵੇਂ ਕਰਦੇ ਨੇ। ਨੰਬਰ 2, ਉਹ ਫਿਰ ਚਿੱਤਰਗੁਪਤ ਲੇਖਾ ਕਿਵੇਂ ਲਿਖਦੇ ਨੇ, ਤੇ ਉਹ ਏਡੀਆਂ ਵੱਡੀਆਂ ਵਹੀਆਂ ਦਿਨ ਰਾਤ ਪਲ ਪਲ ਦੀਆਂ ਉਹ ਧਰਮਰਾਜ ਤੱਕ ਕਿਵੇਂ ਪਹੁੰਚਦੀਆਂ ਨੇ, ਕੀ ਮਤਲਬ ਉੱਥੋਂ ਤੱਕ ਜਾਣ ਲਈ ਸਾਧਨ ਨੇ, ਇਹਦੇ ਬਾਰੇ ਕਦੇ ਕਿਸੇ ਪੁਜਾਰੀ ਨੇ ਉੱਤਰ ਨਹੀਂ ਦਿੱਤਾ। ਤਾਂ ਚਿੱਤਰਗੁਪਤ ਕੀ ਨੇ, ਜੋ ਗੁਰਬਾਣੀ ਦੇ ਵਿੱਚ ਗੁਰਦੇਵ ਨੇ ਸਾਨੂੰ ਦੱਸਿਆ, ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਦੇਖੋ, ਬੰਦੇ ਦੇ ਦੋ ਰੂਪ ਨੇ, ਇੱਕ ਚਿੱਤਰ ਔਰ ਇੱਕ ਗੁਪਤ। ਚਿੱਤਰ ਦਾ ਮਤਲਬ ਜੋ ਸਾਨੂੰ ਦਿਸ ਰਿਹਾ ਹੈ। ਦੇਖੋ, ਤੁਹਾਡੇ ਰੂਪ ਮੈਨੂੰ ਦਿਸ ਰਹੇ ਨੇ, ਬੜੇ ਸੋਹਣੇ, ਬੜੇ ਪਿਆਰੇ ਔਰ ਬੜੇ ਚੰਗੇ ਲੱਗ ਰਹੇ ਹੋ।
मेरा बाहरला रूप तुहानू दिस रहा है, दस्तार बन्नी है, किरपान पाई है, मैं गल्लां भी बड़ियां चंगियां कर रहा, यह है मेरा चित्र। प्रगट रूप नूं कहंदे ने चित्र। लेकिन गुपत, गुपत का मतलब तुहाडी मैंटैलिटी विच की है, सोच की रहे हो, मेरी सोच कैसी है, मैं अंदर की सोचना, उन्होंने कहते ने गुपत। देखो बाहरों हर इंसान धर्मी बनया हुआ है, इस चीज नूं ध्यान नाल सुनना और समझना। असी सारे ही वीर भैन जां पूरी दुनिया के जो लोग ने, वो एक गल असी सारे कहने, मैं भी कहना, तुसीं भी कहंदे। जदों किते चार भैन भरा गलबात करिए ना, तां असीं ये गल जरूर कहंदे आ कि भाजी अपना ते सुभाਅ है सच बोलना। बिल्कुल कदे किसी की परवाह नहीं की, सच बोलीदा और मूंह ते कहीदा। मैं नहीं कदे किसी की परवाह की, सच बोलदा हाँ, भले कर्म करदा हाँ। किन्ने अपने रिश्तेदारां नूं स्पॉन्सरां दे के इत्थे मंगाया है, साडा ही नहीं कोई भला करदा, लोग की माड़े। यानी हर बंदा ये कहंदा कि मैं चंगा हाँ, कहंदे ना। हुण सवाल पैदा हुंदा है कि जे असीं सारे चंगे हाँ ਤਾਂ ਗੁਰਦੁਆਰਿਆਂ ਚ ਜੁੱਤੀਆਂ ਕੌਣ ਚੁੱਕ ਕੇ ਲਿਜਾਂਦਾ? ਰੱਬ। ਇੱਥੇ ਤੇ ਗੁਰਦੁਆਰਿਆਂ, ਮੰਦਰਾਂ, ਮਸੀਤਾਂ ਤੋਂ ਜੁੱਤੀਆਂ ਚੁੱਕੀਆਂ ਜਾਂਦੀਆਂ ਨੇ, ਉਹ ਰੱਬ ਚੁੱਕਦਾ। ਫਿਰ ਅਸੀਂ ਤੇ ਸਾਰੇ ਚੰਗੇ ਆ। ਸ਼ਰਾਬ ਦੇ ਠੇਕੇ ਰੱਬ ਨੇ ਖੋਲੇ ਨੇ, 2 ਨੰਬਰ ਦੇ ਧੰਦੇ ਰੱਬ ਕਰਦਾ ਹੈ। ਇਹਦਾ ਮਤਲਬ ਫਿਰ ਬੰਬ ਬਲਾਸਟ ਤੇ ਰੱਬ ਕਰਕੇ ਤੇ ਲੋਕਾਂ ਨੂੰ ਮਾਰਦਾ ਫਿਰਦਾ ਨਾ, ਦੋਸ਼ੀ ਫਿਰ ਰੱਬ ਹੀ ਹੋਇਆ। ਅਸੀਂ ਤੇ ਸਾਰੇ ਹੀ ਚੰਗੇ ਆ। ਇਹ ਹੈ ਚਿੱਤਰਗੁਪਤ ਦਾ ਇੱਕ ਪ੍ਰਮਾਣ ਕਿ ਬੰਦਾ ਬਾਹਰੋਂ ਕੁਝ ਹੋਰ ਬਣਿਆ ਹੋਇਆ ਹੈ ਤੇ ਅੰਦਰੋਂ ਕੁਝ ਹੋਰ ਹੈ। ਬਾਹਰਲਾ ਚਿੱਤਰ जो प्रगट साडा रूप है, जो असी जबानी कबानी दिस रहे हैं, यह है चित्र। ते जो साडी अंदरली मैंटैलिटी है, सोच है, वो है गुप्त। ते याद रखना, फलीभूत वो बीज हुंदे ने जो थल्ले मिट्टी दे दबे जान। भगत कबीर जी ने बड़ा प्यारा वचन किया है, कबीर जेते पाप किए राखे तले दुराए, प्रगट पै निदान सब जब पूछे धर्मराए। तुसी सारे जिमींदार वीर भैणा हो, ਜ਼ਮੀਨ ਦੇ ਵਿੱਚ ਪੈਲੀ ਵਾਹ ਕੇ ਛੱਟਾ ਰਹੀਦਾ ਸੀ ਨਾ, ਤੇ ਫਿਰ ਉੱਤੇ ਸੁਹਾਗਾ ਫੇਰੀਦਾ ਸੀ। ਸੁਹਾਗਾ ਤਾਂ ਫੇਰੀਦਾ ਕਿ ਉਹ ਬੀਜ ਮਿੱਟੀ ਦੇ ਥੱਲੇ ਦੱਬੇ ਜਾਣ। ਜੇ ਬੀਜ ਉੱਤੇ ਰਹਿ ਜਾਣਗੇ, ਚਿੜੀਆਂ ਕਾਂ ਚੁਗ ਜਾਣਗੇ, ਉਹ ਫਲੀਭੂਤ ਨਹੀਂ ਹੋਣਗੇ। ਇਸ ਲਈ ਬੀਜ ਮਿੱਟੀ ਦੇ ਥੱਲੇ ਦੱਬੇ ਜਾਣੇ ਚਾਹੀਦੇ ਨੇ। ਜਿਹੜੇ ਬੀਜ ਮਿੱਟੀ ਦੇ ਉੱਤੇ ਰਹਿ ਜਾਂਦੇ ਨੇ, ਉਹ ਕਦੇ ਫਲੀਭੂਤ ਨਹੀਂ ਹੁੰਦੇ। ਫਲੀਭੂਤ ਉਹ ਹੁੰਦੇ ਨੇ ਜਿਹੜੇ ਬੀਜ ਜ਼ਮੀਨ ਦੇ ਥੱਲੇ ਦੱਬੇ ਜਾਣ, ਉਹ ਜੜਾਂ ਮਾਰਦੇ ਨੇ, ਉਹ ਪੇੜ ਬਣਦੇ ਨੇ, ਉਹਨਾਂ ਨੂੰ ਫਲ ਲੱਗਦਾ। ਹੁਣ ਦੇਖੋ ਸਾਡੇ ਉਤਲੇ ਬੀਜ ਕਿਹੜੇ ਨੇ। ਅਸੀਂ 1.25 ਪਾਉਂਡ ਦੀ ਕਿਤੇ ਅਰਦਾਸ ਕਰਾਈਏ ਨਾ ਗੁਰਦੁਆਰੇ ਸਾਹਿਬ, ਤੇ ਜੇ ਗਿਆਨੀ ਜੀ ਤੋਂ ਸਾਡਾ ਨਾਮ ਲੈਣਾ ਯਾਦ ਨਾ ਰਹੇ, ਗਿਆਨੀ ਵੀ ਬੰਦੇ ਹੀ ਨੇ, ਭੁੱਲ ਜਾਂਦਾ ਬਾਈ ਦੀ ਵੀ ਨਾਮ ਯਾਦ ਨਾ ਰਹੇ, ਤੁਸੀਂ ਗੁਰਦੁਆਰੇ ਸਾਹਿਬ ਤੋਂ ਚਲੇ ਜਾਂਦੇ ਹੋ। ਫਿਰ ਉਹ 1.25 ਪਾਉਂਡ ਵਾਲਾ ਜੋ ਭਾਈ ਜੀ ਦੇ ਪਿੱਛੇ ਦੁਸ਼ਾ ਬਣਾਉਂਦਾ ਨਾ, ਉਹਦੇ ਬਾਰੇ ਸਾਨੂੰ ਪਤਾ ਹੈ ਜਾਂ ਰੱਬ ਨੂੰ ਪਤਾ ਹੈ। ਫਿਰ ਉਹ ਬੋਲਦਾ, ਉਹ ਗਿਆਨੀ, ਗਿਆਨੀ ਜੀ ਨਹੀਂ, ਉਹ ਗਿਆਨੀ मैं 1.25 ਦੀ ਅਰਦਾਸ ਕਰਾਈ ਸੀ, ਮੇਰਾ ਨਾਮ ਨਹੀਂ ਲਿਆ। ਤੇ ਜੇ ਗਿਆਨੀ ਜੀ ਕਹਿਣ ਨਾ ਭਾਈ ਸਾਹਿਬ ਤੁਸੀਂ ਭੁੱਲ ਗਿਆ, ਮੈਂ ਤੁਹਾਡਾ ਨਾਮ ਹੁਣ ਲੈ ਦਿੰਦਾ, ਉਹ ਆਂਦਾ ਹੁਣ ਕਿਹਨੂੰ ਸੁਣਾਣਾ ਹੈ, ਸੰਗਤ ਤੇ ਘਰ ਚਲੀ ਗਈ। ਬੰਦਾ ਪੁੱਛੇ ਵੀ ਤੂੰ ਐਡਵਰਟਾਈਜ਼ਮੈਂਟ ਕਰਾਣੀ। ਮੇਰਾ ਮਤਲਬ ਇਹ ਨਹੀਂ ਕਿ 1.25 ਦੀ ਰਸੀਦ ਨਾ ਕੱਟੀ ਜਾਏ, ਨਾਮ ਨਾ ਲਿਆ ਜਾਏ, ਬਾਈ ਦੀ ਵੇ ਰਹਿ ਜਾਂਦਾ ਹੈ। ਤਾਂ ਅਸੀਂ ਆਪਣੇ 1.25 ਰੁਪਏ ਦੀ ਅਨਾਉਂਸ ਕਰਾਉਣਾ ਚਾਹੁੰਦੇ ਹਾਂ। ਇਹ ਹੈ ਸਾਡਾ ਚਿੱਤਰ, ਬਾਹਰ ਦਾ ਰੂਪ। ਤੇ 10,000 ਰੁਪਇਆ ਵੱਡੇ ਭਰਾ ਦਾ ਮਾਰਿਆ, ਉਹਦਾ ਅਸੀਂ ਨਾਂ ਨਹੀਂ ਲੈਂਦੇ। ਉਹ ਇਹ ਹੈ ਗੁਪਤ। 10,000 ਪਾਉਂਡ ਅਸੀਂ ਗੁਰਦੁਆਰੇ ਰਸੀਦ ਕਟਾਉਣ ਆਏ ਆ ਦਾਨ ਦੀ, ਇਹ ਹੈ ਸਾਡਾ ਚਿੱਤਰ। ਤੇ ਜਿਹੜਾ 1,00,000 ਪਾਉਂਡ ਆਪਣੇ ਗੁਆਂਢੀਆਂ ਦਾ ਮਾਰਿਆ ਹੈ, ਉਹ ਹੈ ਸਾਡਾ ਗੁਪਤ। ਉਹ ਅਸੀਂ ਦੱਸਦੇ ਨਹੀਂ। ਉਹ ਫਲੀਭੂਤ ਹੋ ਰਹੇ ਨੇ ਜੋ ਸਾਡੇ ਸਬਕੌਂਸ਼ੀਅਸ ਅੰਦਰ ਪਈਆਂ ਚੀਜ਼ਾਂ ਨੇ, ਵਿਕਾਰ ਨੇ, ਪਾਪ ਨੇ, ਅਪਰਾਧ ਨੇ, ਉਹ ਫਲੀਭੂਤ ਹੋ ਰਹੇ ਨੇ। ਇਹਨਾਂ ਚੀਜ਼ਾਂ ਦਾ ਲੇਖਾ ਜੋਖਾ ਸਾਰਾ ਹੋਣਾ ਹੈ ਔਰ ਦੇਣਾ ਪੈਣਾ। ਇਹ ਨਹੀਂ ਕਿ ਅੱਗੇ ਜਾ ਕੇ ਮਰਨ ਤੋਂ ਬਾਅਦ ਨਹੀਂ, ਇੱਥੇ ਹੀ। ਫਾਰ ਐਗਜ਼ਾਮਪਲ, ਅਸੀਂ ਸਾਰੇ ਵੀਰ ਭੈਣਾਂ ਬੈਠੇ ਹਾਂ ਤੇ ਸਾਹਮਣੇ ਕਿਸੇ ਵੀਰ ਨੂੰ ਵੇਖ ਕੇ ਮੇਰੇ ਮਨ ਵਿੱਚ ਈਰਖਾ ਪੈਦਾ ਹੋ ਜਾਏ। ਹੁਣ ਈਰਖਾ ਤੇ ਅੰਦਰ ਪੈਦਾ ਹੋਈ, ਬਾਹਰੋਂ ਮੈਂ ਬੜੇ ਪਿਆਰ ਨਾਲ ਹੱਥ ਜੋੜ ਰਿਹਾ, ਹੱਸ ਰਿਹਾ, ਬਾਹਰਲਾ ਮੇਰਾ ਰੂਪ ਇਹ ਹੈ, ਪਰ ਅੰਦਰ ਮੇਰੇ ਈਰਖਾ ਹੈ। ਤਾਂ ਬੀਜ ਤੇ ਅੰਦਰ ਬੀਜਿਆ ਗਿਆ ਨਾ, ਗੁਪਤ ਦੇ ਅੰਦਰ, ਤੇ ਉਹ ਈਰਖਾ ਨੇ ਮੇਰੀ ਅੰਦਰਲੀ ਖੁਸ਼ੀ ਖਤਮ ਕਰ ਦਿੱਤੀ। ਧਰਮਰਾਜ ਨੇ ਮੈਨੂੰ ਨਾਲ ਦੇ ਨਾਲ ਸਜ਼ਾ ਦੇ ਦਿੱਤੀ। ਧਰਮ ਦਾ ਰਾਜ ਦਾ ਮਤਲਬ ਵਜਵਾ ਨਿਯਮ, ਮੈਂ ਅੱਗੇ ਚੱਲ ਕੇ ਵਿਚਾਰ ਕਰ ਰਿਹਾ।
ਤਾਂ ਚਿੱਤਰਗੁਪਤ ਦਾ ਮਤਲਬ ਸਾਡਾ ਅੰਦਰਲਾ ਰੂਪ ਔਰ ਸਾਡਾ ਬਾਹਰਲਾ ਰੂਪ ਬੰਦੇ ਦੀ ਜ਼ਿੰਦਗੀ ਦੋਗਲੀ ਹੈ, ਇਹਨੂੰ ਇੱਕ ਕਰਨ ਦਾ ਯਤਨ ਕਰਨਾ ਹੈ। ਅਗਲਾ ਬਚਨ ਹੈ ਕਿ ਧਰਮ ਰਾਜ ਕੀ ਹੈ, ਜੋ ਲੇਖਾ ਮੰਗਦਾ ਹੈ। ਧਰਮ ਰਾਜ ਕੋਈ ਉੱਤੇ ਬੈਠਾ ਹੋਇਆ ਬੁੱਢਾ ਜਿਹਾ ਬੰਦਾ ਨਹੀਂ ਹੈ। ਧਰਮ ਰਾਜ ਦਾ ਮਤਲਬ ਹੈ ਕੁਦਰਤ ਦਾ ਵੱਜਵਾਂ ਨਿਯਮ, ਲਾ ਆਫ ਨੇਚਰ। ਕੁਦਰਤ ਦਾ ਵੱਜਵਾਂ ਨਿਯਮ ਸਭ ਨੂੰ ਵਾਚ ਰਿਹਾ ਹੈ ਔਰ ਨਾਲ ਦੇ ਨਾਲ ਫਲ ਦੇ ਰਿਹਾ ਹੈ। ਦੇਖੋ ਕਿਵੇਂ ਫਲ ਦਿੰਦਾ ਹੈ। ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕਿਕਰੀਆਂ ਦੇ ਬੀਜ ਬੀਜ ਦਿੱਤੇ ਤੇ ਕਿਕਰੀਆਂ ਦੇ ਬੀਜ ਬੀਜ ਕੇ ਬੰਦਾ ਹੁਣ ਇਹ ਕਵੇ ਕਿ ਇਹ ਧਰਤੀ ਮੈਂ ਤੈਨੂੰ 10 ਗੁਣਾ ਜ਼ਿਆਦਾ ਕੀਮਤ ਦੇ ਕੇ ਖਰੀਦਿਆ ਹੈ, ਮੈਂ ਕਿਕਰੀਆਂ ਦੇ ਬੀਜ ਬੀਜੇ ਨੇ, ਹੁਣ ਤੂੰ ਇੱਥੇ ਅੰਗੂਰ ਪੈਦਾ ਕਰ। ਤਾਂ ਐਵੇਂ ਤੇ ਕਦੇ ਨਹੀਂ ਹੋਣਾ। ਧਰਮਰਾਜ ਨੇ ਲੇਖਾ ਦੇ ਦੇਣਾ ਹੈ, ਧਰਮਰਾਜ ਵਾਚ ਰਿਹਾ ਹੈ। ਧਰਮਰਾਜ ਦਾ ਮਤਲਬ ਕੁਦਰਤ ਦਾ ਵੱਜਵਾਂ ਨਿਯਮ ਉਹ ਵਾਚ ਰਿਹਾ ਹੈ ਕਿ ਕਿਕਰੀਆਂ ਦੇ ਬੀਜ ਬੀਜੇ ਨੇ ਤੇ ਕਿੱਕਰ ਉਗਣਗੇ, ਉੱਥੋਂ ਅੰਗੂਰ ਨਹੀਂ ਉਗਣਾ। ਇਸੇ ਤਰ੍ਹਾਂ ਇਹ ਲਾ ਆਫ ਨੇਚਰ, ਰੱਬ ਦਾ ਜੋ ਵੱਜਵਾਂ ਨੇਮ ਹੈ, ਉਹ ਵਾਚ ਰਿਹਾ ਹੈ ਕਿ ਮੈਂ ਤੁਹਾਡੇ ਨਾਲ ਈਰਖਾ ਕਰ ਰਿਹਾ। ਤਾਂ ਜੋ ਲਾ ਆਫ ਨੇਚਰ ਹੈ ਮੈਨੂੰ ਨਾਲ ਦੇ ਨਾਲ ਈਰਖਾ ਦਾ ਫਲ ਦੇਵੇਗਾ, ਮੇਰੇ ਅੰਦਰ ਜਲਨ ਪੈਦਾ ਹੋਏਗੀ, ਮੇਰੀ ਖੁਸ਼ੀ ਖਤਮ ਹੋ ਜਾਏਗੀ ਨਾਲ ਦੇ ਨਾਲ। ਇਹਨੂੰ ਕਹਿੰਦੇ ਨੇ ਧਰਮਰਾਜ, ਲਾ ਆਫ ਨੇਚਰ, ਜੋ ਹਰ ਇੱਕ ਦੇ ਕਰਮਾਂ ਨੂੰ ਵਾਚ ਰਿਹਾ ਹੈ ਔਰ ਉਹਨੂੰ ਕਰਮਾਂ ਅਨੁਸਾਰ ਫਲ ਮਿਲਦਾ ਹੈ। ਇੱਕ ਬੱਚਾ ਸਕੂਲ ਵਿੱਚ, ਦੋ ਬੱਚੇ ਸਕੂਲ ਜਾ ਰਹੇ ਨੇ, ਇੱਕੋ ਘਰ ਦੇ ਨੇ, ਦੋ ਭਰਾ ਨੇ ਜਾਂ ਭੈਣ ਭਰਾ ਨੇ, ਇੱਕੋ ਕਾਰ ਤੇ ਜਾ ਰਹੇ ਨੇ, ਇੱਕ ਸਕੂਲ ਵਿੱਚ ਜਾ ਰਹੇ ਨੇ, ਪੜ੍ਹਾਉਣ ਵਾਲੇ ਟੀਚਰ ਇੱਕ ਨੇ, ਇੱਕੋ ਹੀ ਮਾਹੌਲ ਦੇ ਵਿੱਚ ਨੇ, ਪਰ ਦੇਖਦੇ ਹਾਂ ਕਿ ਕੁੜੀ ਦੇ ਨੰਬਰ ਜ਼ਿਆਦਾ ਆ ਗਏ ਨੇ 95% ਤੇ ਭਰਾ ਫੇਲ ਹੋ ਗਿਆ। ਧਰਮਰਾਜ ਨੇ ਫਲ ਦਿੱਤਾ ਹੈ ਇਹ। ਧਰਮਰਾਜ ਕਿਹੜਾ? ਲਾ ਆਫ ਨੇਚਰ। ਕਿਉਂਕਿ ਗੁੜੀਆ ਜਿਹੜੀ ਹੈ ਉਹਨੇ ਮਿਹਨਤ ਕੀਤੀ ਹੈ, ਉਹਨੇ ਪੜ੍ਹਾਈ ਕੀਤੀ ਹੈ, ਪੜ੍ਹਾਈ ਵੱਲ ਧਿਆਨ ਦਿੱਤਾ ਹੈ, ਉਹਦੇ ਨੰਬਰ ਚੰਗੇ ਆ ਗਏ। ਤੇ ਮੁੰਡੇ ਨੇ ਜੇਕਰ ਧਿਆਨ ਨਹੀਂ ਦਿੱਤਾ, ਪੇਪਰਾਂ ਵਿੱਚ ਪੇਪਰ ਠੀਕ ਹੱਲ ਕਰਕੇ ਨਹੀਂ ਆਇਆ, ਜੇ ਪਾਉਂਦਾ ਰਿਹਾ ਹੈ, ਜੇ ਉਹ ਪਬਜੀ ਗੇਮ ਵਿੱਚ ਹੀ ਲੱਗਾ ਰਿਹਾ ਤੇ ਕੁਦਰਤ ਨੇ ਉਹਨੂੰ ਦੇ ਦਿੱਤਾ ਨਾ, ਧਰਮਰਾਜ ਨੇ ਫਲ, ਨਾਲ ਦੇ ਨਾਲ ਉਹ ਫੇਲ ਹੋ ਗਿਆ। ਸਾਡੇ ਨਾਲ ਦੇ ਸਾਥੀ ਕਿੰਨੇ ਸਾਰੇ ਨੇ ਜੋ ਡਾਕਟਰ ਇੰਜੀਨੀਅਰ ਬਣ ਗਏ, ਤੇ ਮੈਂ ਅੱਜ ਇੱਥੇ ਬੈਠਾ। ਰੀਜਨ ਕੀ ਹੈ ਕਿ ਪੜ੍ਹਨ ਜਾਈਦਾ ਸੀ ਤੇ ਬਾਂਟੇ ਖੇਡ ਕੇ ਘਰ ਆ ਜਾਂਦੀ ਸੀ। ਇਹਨੂੰ ਕਹਿੰਦੇ ਨੇ ਧਰਮਰਾਜ ਨੇ ਫਲ ਦੇ ਦਿੱਤਾ ਨਾ। ਤਾਂ ਧਰਮਰਾਜ ਦਾ ਮਤਲਬ ਇੱਕ ਵੱਜਵਾਂ ਨਿਯਮ ਜਿਹਦੇ ਅੰਦਰ ਇਹ ਸਾਰੀ ਦੁਨੀਆ ਚੱਲਦੀ ਹੈ, ਸਿਸਟਮ, ਤੇ ਉਹਦੇ ਮੁਤਾਬਕ ਹੀ ਫਲ ਮਿਲਦਾ ਹੈ ਤੇ ਐਸੇ ਜ਼ਿੰਦਗੀ ਵਿੱਚ ਮਿਲ ਜਾਂਦਾ ਹੈ। ਅਗਲੀ ਗੱਲ, ਧਰਮਰਾਏ ਜਦ ਲੇਖਾ ਮੰਗੇ ਕਿਆ ਮੂੰਹ ਲੈ ਕੇ ਜਾਏਗਾ, ਤੇ ਕਿਹੜਾ ਮੂੰਹ ਲੈ ਕੇ ਜਾਏਗਾ ਜਦੋਂ ਧਰਮਰਾਜ ਲੇਖਾ ਮੰਗੇਗਾ। ਦੇਖੋ ਲੇਖਾ ਧਰਮਰਾਜ ਨੇ ਮਰਨ ਤੋਂ ਬਾਅਦ ਤੇ ਮੰਗਣਾ ਕਿ ਨਹੀਂ ਮੰਗਣਾ ਉਹ ਜਾਣੇ ਤੇ ਬਾਕੀ ਜਾਣਨ। ਇਸ ਦੁਨੀਆ ਵਿੱਚ ਇੱਕ ਧਰਮਰਾਜ ਲੇਖਾ ਮੰਗ ਰਿਹਾ ਹੈ। ਦੇਖੋ ਇਹ ਚੀਜ਼ ਨੂੰ ਧਿਆਨ ਨਾਲ ਸਮਝਿਓ। ਧਰਮਰਾਏ ਜਬ ਲੇਖਾ ਮੰਗੇ ਕਿਆ ਮੂੰਹ ਲੈ ਕੇ ਜਾਏਗਾ। ਅਸੀਂ ਕਹਿੰਦੇ ਨੇ ਯਾਰ ਫਲਾਣਾ ਬੰਦਾ ਤੇ ਮੂੰਹ ਵਿਖਾਣ ਜੋਗਾ ਨਹੀਂ ਰਿਹਾ, ਉਹ ਤੇ ਮੈਨੂੰ ਮੂੰਹ ਵਿਖਾਣ ਜੋਗਾ ਨਹੀਂ ਰਿਹਾ। ਹੁਣ ਮੂੰਹ ਵਿਖਾਣ ਜੋਗਾ ਇਹ ਨਹੀਂ ਕਿ ਉਹਦੇ ਮੂੰਹ ਤੇ ਸੱਟ ਲੱਗ ਗਈ ਹੈ ਜਾਂ ਉਹਦਾ ਮੂੰਹ ਟੁੱਟ ਗਿਆ ਨਾ, ਮੂੰਹ ਉਸੇ ਤਰ੍ਹਾਂ ਹੀ ਹੈ। ਉਹਨੇ ਕੋਈ ਕੰਮ ਐਸਾ ਕੀਤਾ ਹੈ, ਤੁਹਾਡੀ ਚੋਰੀ ਕਰ ਲਈ ਜਾਂ ਕੁਛ ਕਰ ਲਿਆ, ਤੇ ਮੂੰਹ ਵਿਖਾਣ ਜੋਗਾ ਨਹੀਂ ਰਿਹਾ। ਸ਼ਰਮਸਾਰ ਹੋਇਆ ਨਾ ਬੰਦਾ, ਮੂੰਹ ਵਿਖਾਣ ਜੋਗਾ ਨਹੀਂ ਰਿਹਾ। ਇਹ ਚੀਜ਼ ਸਮਝ ਗਏ ਨਾ ਕਿ ਮੂੰਹ ਵਿਖਾਣਾ ਕਿਹਨੂੰ ਕਹਿੰਦੇ ਨੇ। ਤੂੰ ਮੂੰਹ ਵਿਖਾਣ ਜੋਗਾ ਹੈ, ਤੂੰ ਤੇ ਆਹ ਕੰਮ ਕੀਤੇ ਨੇ। ਹੁਣ ਦੇਖੋ ਇਸ ਸਮਾਜ ਦੇ ਅੰਦਰੋਂ ਸਾਨੂੰ ਕੀ ਕੁਛ ਮਿਲਿਆ ਹੈ? ਧੀਆਂ ਪੁੱਤਰ, ਜ਼ਮੀਨ ਜਾਇਦਾਦ, ਧਨ ਦੌਲਤ, ਨੌਕਰੀ ਪੇਸ਼ਾ, ਜੋ ਵੀ ਕੁਛ ਹੈ ਜੋ ਸਾਡੇ ਕੋਲ ਇਸ ਸਮਾਜ ਵਿੱਚੋਂ ਲਿਆ ਨਾ। ਅਸਾਂ ਜੋ ਵੀ ਸਾਡੇ ਕੋਲ ਹੈ, ਜੋ ਅਸੀਂ ਅੱਜ ਹਾਂ, ਇਸ ਸਮਾਜ ਕਰਕੇ ਹਾਂ। ਇੰਨਾ ਕੁਛ ਅਸੀਂ ਸਮਾਜ ਵਿੱਚੋਂ ਲਿਆ। ਤੇ ਜੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਸਮਾਜ ਨੂੰ ਕੀ ਦਿੱਤਾ ਹੈ, ਤੁਹਾਡੀ ਕੀ ਦੇਣ ਹੈ ਸਮਾਜ ਨੂੰ, ਤਾਂ ਕੀ ਮੂੰਹ ਵਿਖਾਵਾਂਗੇ? ਮੇਰੀ ਸਮਾਜ ਨੂੰ ਕੋਈ ਦੇਣ ਹੀ ਨਹੀਂ। ਸਾਡੀ ਦੇਣ ਸਮਾਜ ਨੂੰ ਇਹ ਹੈ, ਅਸੀਂ ਜਾਤੀਵਾਦ ਫੈਲਾਇਆ ਹੈ, ਅਸੀਂ ਕਰਪਸ਼ਨ ਫੈਲਾਈ ਹੈ, ਈਰਖਾ ਦੰਗੇ, ਅਸੀਂ ਨਸ਼ੇ ਫੈਲਾਏ ਨੇ, ਮੇਰ ਤੇਰ ਦੇ ਵਿਤਕਰੇ ਫੈਲਾਏ ਨੇ, 2 ਨੰਬਰ ਦੇ ਧੰਦੇ ਫੈਲਾਏ ਨੇ। ਸਾਡੀ ਸਮਾਜ ਨੂੰ ਦੇਣ ਇਹੀ ਹੈ ਨਾ। ਤਾਂ ਕੀ ਮੂੰਹ ਵਿਖਾਏਗਾ ਬੰਦਾ ਕਿ ਤੈਨੂੰ ਸਮਾਜ ਵਿੱਚੋਂ ਇੰਨੀਆਂ ਸੁੱਖ ਸੁਵਿਧਾਵਾਂ ਮਿਲੀਆਂ ਤੇ ਤੂੰ ਸਮਾਜ ਨੂੰ ਕੀ ਦਿੱਤਾ ਹੈ, ਤੇਰੀ ਦੇਣ ਕੀ ਹੈ? ਕੀ ਮੂੰਹ ਵਿਖਾਏਗਾ ਬੰਦਾ? ਰੋਜ਼ ਧਰਮਰਾਜ ਲੇਖਾ ਮੰਗ ਰਿਹਾ ਹੈ। ਜੇ ਅਸੀਂ ਮੂੰਹ ਵਿਖਾਣ ਜੋਗੇ ਹੈ ਆ
कि असी समाज नूं इह देन दित्ती है, तां असी इस लेखे जोखे विच पास हो गए। ते जे किते अंदरों आवाज आ जाए ना जमीर दी कि यार देन ते मेरी कोई भी नहीं, की मूंह खाओ। दूजी गल, बिरध आश्रमां दे विच किन्ने बजुर्ग ने, और जिन्ने भी बिरध आश्रम ने उन्हां विच बहुते अमीर लोकां दे बजुर्ग हुंदे ने, ते जिन्ने भी अनाथ आश्रम ने उन्हां विच गरीबां दे बच्चे हुंदे ने। अमीरां दे बच्चे अनाथ आश्रम विच नहीं हन, ते बहुते गरीबां दे बजुर्ग जिहड़े ने वो अनाथ आश्रम विच नहीं हन। खैर जिवें भी है, ਜਿਹੜੇ ਬਜ਼ੁਰਗ ਅਨਾਥ ਆਸ਼ਰਮ ਵਿੱਚ ਨੇ, ਜਿਨ੍ਹਾਂ ਦਾ ਕੋਈ ਧੀ ਪੁੱਤਰ ਨਹੀਂ, ਉਹ ਤਾਂ ਇੱਕ ਵੱਖਰੀ ਗੱਲ, ਪਰ ਜਿਨ੍ਹਾਂ ਦੇ ਧੀ ਪੁੱਤਰ ਵੈਲ ਸੈਟਡ ਨੇ ਉਹ ਵੀ ਬਿਰਧ ਆਸ਼ਰਮ ਵਿੱਚ ਨੇ। ਤੇ ਜੇ ਉਹਨਾਂ ਬੱਚਿਆਂ ਤੋਂ ਪੁੱਛਿਆ ਜਾਏ ਵੀ ਤੁਹਾਡੇ ਮਾਂ ਪਿਓ ਨੇ ਇਸ ਕਰਕੇ ਜੰਮਿਆ ਸੀ ਤੁਹਾਨੂੰ, ਤਾਂ ਉਹ ਕੀ ਮੂੰਹ ਵਿਖਾਣਗੇ? ਇਹਨੂੰ ਕਹਿੰਦੇ ਨੇ ਧਰਮ ਰਾਏ ਜਬ ਲੇਖਾ ਮੰਗੇ। ਧਰਮ ਰਾਏ ਜਬ ਲੇਖਾ ਮੰਗੇ, ਕੀ ਮੂੰਹ ਵਿਖਾਓ। ਤੇ ਜੇ ਕੋਈ ਮਾਂ-ਬਾਪ ਆਪਣੇ ਬੱਚਿਆਂ ਦੀ ਵੀ ਪ੍ਰੋਪਰਟੀ ਖਤਮ ਕਰ ਜਾਏ, ਬੱਚਿਆਂ ਨੂੰ ਨਸ਼ਿਆਂ ਵਿੱਚ ਲਾ ਜਾਏ, ਤੇ ਉਹਨੂੰ ਕਹੇ ਕਿ ਤੂੰ ਇਸ ਕਰਕੇ ਜੰਮੇ ਸਨ ਬੱਚੇ, ਕੀ ਮੂੰਹ ਵਿਖਾਏਗਾ ਉਹ? ਇੱਕ ਨੂੰ ਸੱਸ ਨੂੰ ਦੁਖੀ ਕਰਦੀ ਏ ਤੇ ਉਹਨੂੰ ਕਹੇ ਕਿ ਤੂੰ ਇਸ ਕਰਕੇ ਘਰ ਆਈ ਸੀ, ਕੀ ਮੂੰਹ ਵਿਖਾਏਗੀ? ਤੇ ਇੱਕ ਸੱਸ ਜੇ ਨੂੰਹ ਨੂੰ ਦੁਖੀ ਕਰ ਰਹੀ ਹੈ ਤੇ ਉਹਨੂੰ ਪੁੱਛੇ ਵੀ ਨੂੰਹ ਇਸ ਕਰਕੇ ਲਿਆਂਦੀ ਸੀ, ਕੀ ਮੂੰਹ ਵਿਖਾਏਗੀ? ਇਹਨੂੰ ਕਹਿੰਦੇ ਨੇ ਧਰਮ ਰਾਏ ਜਬ ਲੇਖਾ ਮੰਗੇ। ਦੂਜੀ ਗੱਲ, ਗੁਰੂ ਨੇ ਸਾਡੇ ਵਾਸਤੇ ਕਿੰਨਾ ਕੁਛ ਕੀਤਾ। ਜੇ ਅਸੀਂ ਆਪਣੀ ਗੱਲ ਕਰੀਏ, ਗੁਰੂ ਅਰਜਨ ਦੇਵ ਜੀ ਤੱਤੀਆਂ ਤਵੀਆਂ ਤੇ ਬੈਠੇ ਕਿਹਦੇ ਵਾਸਤੇ? ਕੋਈ ਰਾਜ ਭਾਗ ਥੋੜਾ ਲੈਣਾ ਸੀ। ਗੁਰੂ ਤੇਗ ਬਹਾਦਰ ਨੇ ਆਪਣਾ ਸ਼ੀਸ਼ ਲੁਹਾਇਆ। ਗੁਰੂ ਗੋਬਿੰਦ ਸਿੰਘ ਨੇ 14 ਜੰਗਾਂ ਲੜੀਆਂ, ਆਪਣੇ ਨੌਜਵਾਨ ਬੱਚੇ ਸਾਹਮਣੇ ਸ਼ਹੀਦ ਕਰਾਏ, ਆਪਣੀ ਮਾਤਾ ਸ਼ਹੀਦ ਕਰਾਈ, ਆਪਣੇ ਬੱਚੇ ਨੀਹਾਂ ਦੇ ਅੰਦਰ ਚਿਣਵਾਏ, ਆਪਣੇ ਸਿਰੇ ਵਿੱਚ ਵੀ ਛੁਰਾ ਖਾਦਾ। ਤੇ ਸਾਨੂੰ ਇੱਕ ਗੱਲ ਕਹਿ ਗਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਅਸੀਂ ਉਹਨਾਂ ਦੀ ਇੱਕ ਵੀ ਗੱਲ ਨਹੀਂ ਮੰਨੀ। ਤੇ ਜੇ ਕੋਈ ਸਾਡੇ ਤੋਂ ਪੁੱਛੇ ਵੀ ਭਲੇ ਪੁਰਸ਼ੋ ਤੁਹਾਡੇ ਗੁਰੂ ਨੇ ਤੁਹਾਡੇ ਵਾਸਤੇ ਸੰਸਾਰ ਸਮਾਜ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਤੁਸੀਂ ਗੁਰੂ ਲਈ ਕੀ ਕੀਤਾ, ਤੁਹਾਡੀ ਕੀ ਦੇਣ ਹੈ, ਤਾਂ ਕੀ ਮੂੰਹ ਵਿਖਾਓਗੇ? ਜਾਂ ਮੈਂ ਕੀ ਮੂੰਹ ਵਿਖਾਵਾਂਗਾ? ਧਰਮਰਾਜ ਤੇ ਲੇਖਾ ਮੰਗਦਾ ਪਿਆ ਹਰ ਪਲ। ਜੇ ਅਸੀਂ ਰੱਬ ਦੀ ਗੱਲ ਕਰੀਏ, ਰੱਬ ਨੇ ਖੰਡ ਮੰਡਲ ਬ੍ਰਹਿਮੰਡ ਸਿਰਜੇ, ਤੇ ਅਸੀਂ ਕਦੀ ਰੱਬ ਦਾ ਸ਼ੁਕਰਾਨਾ ਨਹੀਂ ਕੀਤਾ। ਰੱਬ ਨੇ ਇੰਨੀਆਂ ਦਾਤਾਂ ਦਿੱਤੀਆਂ ਕਿ ਅਸੀਂ ਰੱਬ ਦੇ ਬੱਚਿਆਂ ਦੇ ਨਾਲ ਈਰਖਾ ਦਵੈਸ਼ ਕਰਦੇ ਹਾਂ, ਤੇ ਰੱਬ ਨੂੰ ਕੀ ਮੂੰਹ ਖਾਓਗੇ? ਲੇਖਾ ਤੇ ਮੰਗਿਆ ਜਾ ਰਿਹਾ। ਇਹ ਸਾਰੀਆਂ ਗੱਲਾਂ ਛੱਡੋ। ਹੁਣ ਮੈਂ ਆਪਣੀ ਜ਼ਮੀਰ ਤੋਂ ਪੁੱਛਾਂ ਵੀ ਭਾਈ ਮੋਹਰ ਸਿਆਂ, ਜੋ ਕੁਛ ਤੂੰ ਇਹਨਾਂ ਵੀਰਾਂ ਭੈਣਾਂ ਦੇ ਸਾਹਮਣੇ ਬਣ ਕੇ ਬੈਠਾ, ਤੂੰ ਅੰਦਰੋਂ ਵੀ ਐਵੇਂ ਦਾ ਹੈ? ਤੇ ਜੇ ਤੇ ਅੰਦਰੋਂ ਆਵਾਜ਼ ਆਏ ਕਿ ਹਾਂ ਮੈਂ ਐਵੇਂ ਦਾ ਹੀ ਹਾਂ, ਫਿਰ ਤੇ ਮੈਂ ਆਪਣੀ ਜ਼ਮੀਰ ਨੂੰ ਮੂੰਹ ਵਿਖਾਣ ਜੋਗਾ ਹਾਂ। ਤੇ ਜੇ ਅੰਦਰੋਂ ਆ ਜਾਏ ਆਵਾਜ਼ ਕਿ ਮੈਂ ਐਵੇਂ ਦਾ ਹੈ ਤੇ ਨਹੀਂ ਜਿਵੇਂ ਦਾ ਬਣਿਆ, ਤੇ ਮੈਂ ਤੇ ਆਪਣੀ ਜ਼ਮੀਰ ਨੂੰ ਮੂੰਹ ਵਿਖਾਣ ਜੋਗਾ ਨਹੀਂ। ਤੁਸੀਂ ਸਾਰੇ ਵੀਰ ਭੈਣਾਂ ਸਾਰੇ ਆਪਣੇ ਆਪ ਤੋਂ ਪੁੱਛੋ ਵੀ ਜੋ ਕੁਛ ਤੁਸੀਂ ਬਾਹਰੋਂ ਬਣੇ ਹੋ, ਜੋ ਕੁਛ ਕਹਿੰਦੇ ਹੋ, ਸਾਰੇ ਅੰਦਰੋਂ ਵੀ ਐਵੇਂ ਹੀ ਹੋ? ਜੇ ਤੇ ਅੰਦਰੋਂ ਆਵਾਜ਼ ਆ ਜਾਏ ਕਿ ਹਾਂ ਯਾਰ ਅਸੀਂ ਐਵੇਂ ਹੀ ਆ, ਸਮਾਜ ਨੂੰ ਵੀ ਅਸੀਂ ਦੇਣ ਦਿੱਤੀ ਹੈ, ਸੱਚੇ ਸੁੱਚੇ ਆ, ਗੁਰੂ ਦੇ ਦੱਸੇ ਰਾਹ ਚੱਲ ਰਹੇ ਆ, ਫਿਰ ਤੇ ਮੂੰਹ ਵਿਖਾਣ ਜੋਗੇ ਹੈ ਆ। ਤੇ ਜੇ ਅੰਦਰੋਂ ਆਵਾਜ਼ ਆ ਜਾਏ ਕਿ ਮੈਂ ਐਵੇਂ ਦਾ ਹੈ ਤੇ ਨਹੀਂ, ਫਿਰ ਤੇ ਮੂੰਹ ਵਿਖਾਣ ਜੋਗੇ ਤੇ ਆਪਣੀ ਜ਼ਮੀਰ ਨੂੰ ਵੀ ਨਹੀਂ। ਇਹਨੂੰ ਕਹਿੰਦੇ ਨੇ ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੂੰਹ ਲੈ ਕੇ ਜਾਏਗਾ, ਕੀ ਮੂੰਹ ਖਾਏਗਾ? ਕਿੰਨੇ ਕੁ ਲੋਕ ਨੇ ਜੋ ਇਸ ਕਸਵੱਟੀ ਤੇ ਪੂਰੇ ਉਤਰਦੇ ਨੇ? ਹੈਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ। ਜੇ ਇਸ ਢੰਗ ਦੇ ਨਾਲ ਪ੍ਰਚਾਰ ਕੀਤਾ ਹੁੰਦਾ ਤਾਂ ਅੱਜ ਹਰ ਬੰਦਾ ਇਹੋ ਜਿਹਾ ਯਤਨ ਕਰਦਾ ਕਿ ਮੈਂ ਸਮਾਜ ਨੂੰ, ਗੁਰੂ ਨੂੰ, ਪ੍ਰਭੂ ਨੂੰ ਔਰ ਆਪਣੀ ਜ਼ਮੀਰ ਨੂੰ, ਬੱਚਿਆਂ ਨੂੰ, ਮਾਂ-ਬਾਪ ਨੂੰ ਮੂੰਹ ਵਿਖਾਣ ਜੋਗਾ ਹੋਵਾਂ, ਐਸੀ ਜ਼ਿੰਦਗੀ ਜੀਵਾਂ, ਆਈਡੀਅਲ ਪਰਸਨ ਬਣ ਕੇ। ਅਗਲੀ ਗੱਲ, ਨਰਕ ਔਰ ਸਵਰਗ ਕੀ ਹੈ? ਦੇਖੋ, ਆਮ ਮੰਨਿਆ ਜਾਂਦਾ ਹੈ ਕਿ ਜੇ ਚੰਗੇ ਕਰਮ ਕਰੋਗੇ ਤੇ ਮਰਨ ਤੋਂ ਬਾਅਦ ਤੁਹਾਨੂੰ ਸਵਰਗ ਮਿਲੇਗਾ, ਜੇ ਮਾੜੇ ਕਰਮ ਕਰੋਗੇ ਤੇ ਨਰਕਾਂ ਵਿੱਚ ਪਵੋਗੇ। ਫਿਰ ਇੰਨਾ ਹੀ ਬਸ ਨਹੀਂ, ਅੱਗੇ ਨਰਕਾਂ ਦਾ ਤੇ ਸਵਰਗਾਂ ਦਾ ਮੈਨਿਊ ਵੀ ਹੈ। ਪੁਜਾਰੀ ਨੇ ਮੈਨਿਊ ਵੀ ਤਿਆਰ ਕੀਤਾ ਹੈ। ਸਵਰਗਾਂ ਵਿੱਚ ਤੁਹਾਨੂੰ ਸ਼ੁੱਧ ਸ਼ਰਾਬ, ਅੰਗੂਰਾਂ ਦੀ ਸ਼ਰਾਬ ਮਿਲੇਗੀ, ਸ਼ਹਿਦ ਦੀਆਂ ਨਦੀਆਂ ਵਗਦੀਆਂ ਨੇ, ਸੋਨੇ ਚਾਂਦੀ ਦੇ ਮਹਿਲ ਨੇ, ਕਈ ਕਿਸਮਾਂ ਦੇ ਫਲ ਔਰ ਫੁੱਲ ਨੇ, ਔਰ 72 ਹੂਰਾਂ ਨੇ, ਕਿੰਨਾ ਕੁਛ ਕਰਨ ਵਾਸਤੇ ਕੁਛ ਵੀ ਨਹੀਂ, ਭੋਗਣੇ ਨੇ ਪਦਾਰਥ। ਇਹ ਸਵਰਗ ਦਾ ਮੈਨਿਊ। ਤੇ ਨਰਕ ਦਾ ਮੈਨਿਊ ਤੁਹਾਨੂੰ ਅੱਗ ਦੇ ਵਿੱਚ
ਭੁੰਨਣਗੇ, ਤੇਲ ਦੇ ਵਿੱਚ ਪਕੌੜੇ ਦੀ ਤਰ੍ਹਾਂ ਤਲਣਗੇ। ਇਹ ਨਰਕ ਦਾ ਮੈਨੂ। ਤੇ ਨਰਕ ਔਰ ਸਵਰਗ ਇਹ ਪੁਜਾਰੀ ਦੀ ਸਿਰਜਣਾ ਹੈ। ਬੰਦੇ ਦੀ ਮਾਨਸਿਕਤਾ ਨੂੰ ਪਛਾਣਿਆ ਪੁਜਾਰੀ ਨੇ ਕਿ ਬੰਦਾ ਜਾਂ ਤੇ ਕੰਮ ਕਰਦਾ ਡਰ ਦੇ ਨਾਲ ਤੇ ਜਾਂ ਕਰਦਾ ਲਾਲਚ ਨਾਲ। ਇਸ ਕੰਮ ਨੂੰ ਅਸੀਂ ਸਾਰੇ ਜਾਣਦੇ ਹਾਂ। ਬਿਰਤੀ ਸਾਡੀ ਮਾਂ ਬੱਚੇ ਨੂੰ ਕਹਿੰਦੀ ਹੈ, ਬਿੱਟੂ ਮੈਨੂੰ ਗਲਾਸ ਫੜਾ, ਤੇ ਬਿੱਟੂ ਕਹਿੰਦਾ ਮੈਂ ਨਹੀਂ ਫੜਾਂਦਾ। ਮਾਂ ਕਹਿੰਦੀ ਬੇਟਾ ਚਾਕਲੇਟ ਦਿਆਂਗੀ, ਬੱਚਾ ਲਾਲਚ ਦੇ ਨਾਲ ਫੜਾ ਦਿੰਦਾ। ਤੇ ਜੇ ਮਾਂ ਕਵੇ ਮੈਂ ਚਾਕਲੇਟ ਦਿਆਂਗੀ, ਤੂੰ ਕਵੇ ਮੈਂ ਨਹੀਂ ਚਾਕਲੇਟ ਲੈਣਾ, ਮੈਂ ਨਹੀਂ ਫੜਾਂਦਾ ਗਲਾਸ, ਤੇ ਮਾਂ ਕਹਿੰਦੀ ਹੈ ਫੜਾਨਾ ਹੈ ਕਿ ਮਾਰਾਂ ਛਿੱਤਰ। 60 ਦੀ ਸਪੀਡ ਨਾਲ ਛਿੱਤਰ ਜਾਂਦਾ ਹੈ ਤੇ ਬੱਚਾ ਡਰਦਾ ਗਲਾਸ ਫੜਾਂਦਾ। ਅਸੀਂ ਘਰਾਂ ਵਿੱਚ ਕਰਦੇ ਹਾਂ ਨਾ, ਸਾਡੇ ਨਾਲ ਹੁੰਦੀ ਰਹੀ। ਤਾਂ ਇਹ ਬਿਰਤੀ ਬਣ ਗਈ, ਜਾਂ ਬੱਚਾ ਕੰਮ ਕਰਦਾ ਡਰ ਨਾਲ ਜਾਂ ਲਾਲਚ ਨਾਲ। ਪੁਜਾਰੀ ਨੇ ਬੰਦੇ ਨੂੰ ਲਾਲਚ ਦਿੱਤਾ ਵੀ ਤੁਸੀਂ ਦਾਨ ਦਿਓ, ਤੁਹਾਨੂੰ ਅੱਗੇ ਸਵਰਗ ਮਿਲੇਗਾ। ਇੱਥੇ ਤੁਸੀਂ 1000 ਦਿਓ, ਅੱਗੇ ਤੁਹਾਨੂੰ 70,000 ਮਿਲਣਗੇ, 70 ਗੁਣਾ ਮਿਲੇਗਾ। ਤੇ ਬੰਦਿਆਂ ਨੇ ਲਾਲਚ ਦੇ ਨਾਲ, ਯਾਰ ਚਲੋ ਅੱਗੇ ਸਵਰਗ ਦੇ ਵਿੱਚ ਮਤਲਬ ਆਨੰਦ ਮਾਣਾਂਗੇ, ਇਸ ਜ਼ਿੰਦਗੀ ਤੇ ਦੁਖੀ ਦੀ ਸਵਰਗ ਵਿੱਚ ਆਨੰਦ ਮਾਣਾਂਗੇ। ਲੋਕਾਂ ਨੇ ਦਾਨ ਦਿੱਤਾ ਬ੍ਰਾਹਮਣ ਦੇ ਜਾਂ ਪੁਜਾਰੀ ਦੇ, ਕੱਲਾ ਬ੍ਰਾਹਮਣ ਨਹੀਂ, ਪੁਜਾਰੀ ਵਰਗ ਜਿਹੜਾ ਹੈ ਉਹਦੇ ਘਰ ਭਰੇ। ਤੇ ਜਿਹੜੇ ਲਾਲਚ ਵਿੱਚ ਨਹੀਂ, ਫਿਰ ਉਹਨਾਂ ਨੂੰ ਡਰਾਇਆ ਵੀ ਤੈਨੂੰ ਤੇਲ ਵਾਂਗੂ ਤਲਣਗੇ, ਤੈਨੂੰ ਨੇਜੇ ਮਾਰਨਗੇ, ਬਰਛੇ ਮਾਰਨਗੇ, ਸਰੀਏ ਤੇਰੀਆਂ ਅੱਖਾਂ ਦੇ ਵਿੱਚੋਂ ਵੱਖੀਆਂ ਚੋਂ ਲੰਘਾਣਗੇ। ਫਿਰ ਬੰਦੇ ਨੇ ਡਰਦੇ ਨੇ ਦਾਨ ਦਿੱਤਾ। ਤੇ ਗੁਰਦੇਵ ਨੇ ਇਸ ਨਰਕ ਔਰ ਸਵਰਗ ਨੂੰ ਰੱਦ ਕਰ ਦਿੱਤਾ। ਕਹਿਣ ਲੱਗਾ ਮਰਨ ਤੋਂ ਬਾਅਦ ਕੋਈ ਨਰਕ ਸਵਰਗ ਨਹੀਂ ਹੈ। ਕਬੀਰ ਜੀ ਨੇ ਵੰਗਾਰ ਕੇ ਕਿਹਾ ਪੁਜਾਰੀ ਨੂੰ, ਕਹਿਣ ਲੱਗੇ ਸੁਰਗ ਬਾਸ ਨਾ ਬਾਂਛੀਐ, ਡਰੀਏ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ। ਮੈਂ ਨਹੀਂ ਉਹ ਪੁਜਾਰੀ ਆ ਤੇਰੇ ਨਰਕ ਵਿੱਚ ਪੈਣ ਤੋਂ ਡਰਦਾ, ਤੇ ਮੈਨੂੰ ਨਹੀਂ ਤੇਰੇ ਸਵਰਗਾਂ ਦੇ ਪਦਾਰਥਾਂ ਦੀ ਲਾਲਚ। ਨਾ ਮੈਂ ਤੇਰੇ ਲਾਲਚ ਦੇ ਨਾਲ ਸਵਰਗ ਨੂੰ ਮੰਨਣਾ, ਤੇ ਨਾ ਮੈਂ ਤੇਰੇ ਡਰ ਕਰਕੇ ਨਰਕ ਨੂੰ ਮੰਨਦਾ। ਸਗੋਂ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਕਬੀਰ ਜੀ ਕਹਿੰਦੇ ਨੇ ਕੀ ਨਰਕ ਔਰ ਕੀ ਸਵਰਗ, ਅਸੀਂ ਇਸ ਦੋਵੇਂ ਕਿਸਮ ਦੀ ਵਿਚਾਰਧਾਰਾ ਨੂੰ ਰੱਦ ਕਰਦੇ ਹਾਂ। ਮੈਂ ਨਹੀਂ ਮੰਨਦਾ ਤੇਰੇ ਨਰਕ ਸਵਰਗ ਨੂੰ। ਮੈਂ ਤਾਂ ਆਪਣੇ ਗੁਰੂ ਦੀ ਰਹਿਮਤ ਦੇ ਨਾਲ ਜੀਵਨ ਦੇ ਆਦ ਤੋਂ ਲੈ ਕੇ ਅੰਤ ਤੱਕ ਮਸਤੀ ਵਾਲੀ ਜ਼ਿੰਦਗੀ ਜੀ ਰਿਹਾ। ਇਸ ਲਈ ਮਰਨ ਤੋਂ ਬਾਅਦ ਵਾਲੇ ਨਰਕ ਔਰ ਸਵਰਗ ਨੂੰ ਗੁਰਮਤਿ ਨੇ ਪੂਰਨ ਤੌਰ ਤੇ ਰੱਦ ਕੀਤਾ ਹੈ। ਲੇਕਿਨ ਜੋ ਗੁਰਬਾਣੀ ਵਿੱਚ ਨਰਕ ਸਵਰਗ ਕਿਹਾ ਹੈ ਕਿ ਬੰਦਾ ਨਰਕ ਵਿੱਚ ਪਵੇਗਾ, ਸਵਰਗ ਵਿੱਚ ਜਾਏਗਾ, ਇਹ ਚੀਜ਼ ਨੂੰ ਸਮਝ ਲੈਣਾ। ਉਹ ਸਵਰਗ ਕਿਹੜਾ ਹੈ? ਸੱਚ ਦੇ ਰਾਹਾਂ ਤੇ ਤੁਰਨਾ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ, ਇਹ ਸਵਰਗ ਹੈ। ਔਰ ਗੁਰਮਤ ਤੋਂ ਉਲਟ ਝੂਠ ਫਰੇਬ ਵਾਲੀ ਜ਼ਿੰਦਗੀ, ਵਿਕਾਰਾਂ ਵਾਲੀ ਜ਼ਿੰਦਗੀ ਜੀਣੀ, ਇਹ ਨਰਕ ਹੈ। ਅਸੀਂ ਕਹਿੰਦੇ ਆ ਨਾ ਫਲਾਂ ਬੰਦੇ ਨੂੰ ਤੇ ਆਪਣਾ ਜੀਵਨ ਨਰਕ ਬਣਾਇਆ ਪਿਆ। ਅਸੀਂ ਇਹਨਾਂ ਦੇਸ਼ਾਂ ਨੂੰ ਕਹਿੰਦੇ ਨਾ ਸਵਰਗ ਹੈ, ਕਿਉਂਕਿ ਇੱਥੇ ਸਿਸਟਮ ਕੁਛ ਠੀਕ ਹੈ ਆਪਣੇ ਦੇਸ਼ ਨਾਲੋਂ। ਤਾਂ ਜਿਹੜਾ ਬੰਦਾ ਸੱਚ ਦੇ ਰਾਹਾਂ ਤੇ ਚੱਲ ਰਿਹਾ ਹੈ, ਗੁਰਬਾਣੀ ਮੁਤਾਬਕ ਜਿਸ ਦੀ ਜ਼ਿੰਦਗੀ ਹੈ ਔਰ ਆਤਮਿਕ ਤੌਰ ਤੇ ਸ਼ਾਂਤ, ਵਿਕਾਰਾਂ ਤੋਂ ਬਚਿਆ ਹੈ, ਉਹ ਸਵਰਗ ਹੈ। ਔਰ ਜੋ ਗੁਰਮਤ ਤੋਂ ਉਲਟ ਵਿਕਾਰਾਂ ਵਾਲੀ ਜ਼ਿੰਦਗੀ ਜੀ ਰਿਹਾ ਹੈ, ਉਹ ਹੈ ਨਰਕ। ਸਵਰਗ ਔਰ ਨਰਕ ਕਿਵੇਂ ਬਣ ਜਾਂਦਾ ਹੈ ਜੀਵਨ, ਆਓ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਕਹਾਣੀ ਦੇ ਨਾਲ ਸਮਝਣ ਦਾ ਯਤਨ ਕਰੀਏ। ਇੱਕ ਬੰਦੇ ਨੇ ਵਿਦਵਾਨ ਪੁਰਸ਼ ਨੂੰ ਪੁੱਛਿਆ ਵੀ ਨਰਕ ਔਰ ਸਵਰਗ ਹੈ ਨੇ? ਕਹਿੰਦਾ ਹੈ। ਕਹਿੰਦਾ ਵਿਖਾ ਸਕਦਾ? ਕਹਿੰਦਾ ਬਿਲਕੁਲ। ਆਪਣੀ ਕਾਰ ਵਿੱਚ ਬਿਠਾਇਆ ਇਸ ਸਵਾਲੀਏ ਨੂੰ ਔਰ ਇੱਕ ਐਸੀ ਜਗ੍ਹਾ ਤੇ ਲੈ ਗਿਆ ਜਿੱਥੇ ਸੋਨੇ ਦੀਆਂ ਇਮਾਰਤਾਂ ਸਨ, ਹੀਰੇ ਦੇ ਨਾਲ ਜੜੀਆਂ ਹੋਈਆਂ ਸਨ, ਬੜੇ ਸੁੰਦਰ ਪਾਰਕ, ਬੜੇ ਸੋਹਣੇ ਬਾਗ, ਹਰ ਕਿਸਮ ਦਾ ਫਲ, ਬੇਬਹਾਰੇ ਫਲ ਵੀ ਲੱਗੇ ਹੋਏ ਸਨ, ਕੰਪਿਊਟਰਾਈਜ਼ਡ ਪਾਰਕਿੰਗ ਸੀ, ਸੋਨੇ ਦੇ ਬਾਥਰੂਮ, ਸੋਨੇ ਦੀਆਂ ਥਾਲੀਆਂ, ਸੋਨੇ ਦਾ ਸਾਰਾ ਕੁਝ ਬਣਿਆ ਹੋਇਆ ਹੈ। ਔਰ ਉਹਨੇ ਪੁੱਛਿਆ ਕਿ ਇਹ ਕੀ? ਇਹ ਤਾਂ ਇਹ ਵਿਦਵਾਨ ਕਹਿਣ ਲੱਗਾ ਇਹ ਹੈ ਨਰਕ। ਕਹਿਣ ਲੱਗਾ ਯਾਰ ਨਰਕ ਇੰਨਾ ਸੋਹਣਾ ਤੇ ਸਵਰਗ ਕੈਸਾ ਹੋਗਾ? ਉਹਨੇ ਚਿਰ ਨੂੰ ਨਾ ਚੀਕਾਂ ਦੀ ਆਵਾਜ਼ ਆ ਗਈ ਇੱਕ ਪਾਸਿਓਂ। ਕਹਿਣ ਲੱਗਾ ਚੀਕਾਂ ਕੌਣ ਮਾਰਦੇ ਨੇ? ਕਹਿਣ ਲੱਗਾ ਇਹ ਨਰਕ ਵਾਲੇ ਬੰਦੇ ਨੇ, ਜਦੋਂ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ ਉਦੋਂ ਚੀਕਾਂ ਮਾਰਦੇ ਨੇ। ਕਹਿੰਦਾ ਪ੍ਰਸ਼ਾਦਾ ਪਾਣੀ ਛਕਾਉਂਦੇ ਕੀ ਨੇ? ਕਹਿੰਦਾ ਚੱਲ ਰਸੋਈ ਵਿੱਚ ਵੇਖ ਲੈਂਦੇ ਆ। ਜਾ ਕੇ ਦੇਖਿਆ 36 ਕਿਸਮ ਦੇ ਪਕਵਾਨ ਬਣ ਰਹੇ ਨੇ, ਰਸਗੁੱਲੇ, ਗੁਲਾਬ ਜਾਮਨ, ਬਰਫੀ, ਪਕੌੜੇ, ਚਮਚਮ, ਪੀਜ਼ਾ, 버ਗਰ, ਨੌਨ ਵੇਜ, ਵੈਜ, ਹਰ ਕਿਸਮ ਦੇ ਪਦਾਰਥ 36 ਕਿਸਮ ਦੇ ਬਣ ਰਹੇ ਨੇ। ਕਹਿੰਦਾ ਇਹ ਨਰਕ ਵਾਸੀਆਂ ਵਾਸਤੇ ਪ੍ਰਸ਼ਾਦਾ ਪਾਣੀ। ਤੇ ਕਹਿੰਦਾ ਯਾਰ ਇੰਨਾ ਸੁੰਦਰ ਪ੍ਰਸ਼ਾਦਾ ਪਾਣੀ ਚੀਕਦੇ ਕਿਉਂ ਨੇ? ਚੱਲ ਵੇਖੀਏ। ਜਾ ਕੇ ਵੇਖਿਆ, ਗੋਲ ਮੇਜ਼ ਲੱਗੇ ਨੇ, 36 ਕਿਸਮ ਦੇ ਭੋਜਨ ਪਦਾਰਥ ਹਰ ਇੱਕ ਦੇ ਅੱਗੇ ਪਰੋਸੇ ਹੋਏ ਨੇ, ਕੁਰਸੀ ਦੇ ਉੱਤੇ ਬੈਠੇ ਨੇ
ਪ੍ਰਸ਼ਾਦਾ ਛਕਣ ਵਾਲੇ, ਖੱਬਾ ਹੱਥ ਉਹਨਾਂ ਦਾ ਕੁਰਸੀ ਦੇ ਨਾਲ ਇੰਜ ਬੰਨ੍ਹ ਦਿੱਤਾ ਗਿਆ। ਸੱਜੇ ਹੱਥ ਵਿੱਚ 5-5 ਫੁੱਟ ਚਮਚੇ ਫੜਾਏ ਗਏ ਨੇ, ਉਹਨਾਂ ਦੇ ਨਾਲ ਖਾਣਾ ਹੈ। ਇੱਥੇ ਬੈਲਟ ਲਾਈ, ਅੱਗੇ ਪਿੱਛੇ ਹੋ ਨਹੀਂ ਸਕਦੇ। ਹੁਣ 5 ਫੁੱਟੇ ਚਮਚੇ ਦੇ ਨਾਲ ਜਦੋਂ ਭਰ ਕੇ ਮੂੰਹ ਚ ਪਾਉਂਦੇ ਨੇ, ਉਹ ਮੂੰਹ ਵਿੱਚ ਕੁਛ ਪੈਂਦਾ ਨਹੀਂ, ਬਥੇਰਾ ਪਿੱਛਾ ਨੂੰ ਕਰਦੇ ਨੇ, ਚਮਚਾ ਇੱਥੇ ਰਹਿ ਜਾਂਦਾ, ਇੱਕ ਦਾਣਾ ਨਹੀਂ ਮੂੰਹ ਚ ਪੈ ਰਿਹਾ। ਤੇ ਸਾਰੇ ਰੋ ਰਹੇ ਨੇ, ਕਲਪ ਰਹੇ ਨੇ, ਸੁੱਕ ਕੇ ਤੀਲੇ ਵਰਗੇ ਹੋਏ ਪਏ। ਇਸ ਬੰਦੇ ਨੇ ਕੰਨਾਂ ਨੂੰ ਹੱਥ ਲਾਇਆ, ਤੋਬਾ ਮੇਰੇ ਖੁਦਾ ਦੀ, ਮੈਨੂੰ ਇੱਥੋਂ ਕੱਢ। ਮੈਂ ਸੋਨੇ ਦੇ ਮਹਿਲਾਂ ਦਾ, ਸੋਨੇ ਦੇ ਬੈੱਡਾਂ ਦਾ ਕਰਨਾ ਕੀ ਹੈ, ਜਿੱਥੇ ਮੈਂ ਕੁਛ ਖਾ ਹੀ ਨਹੀਂ ਸਕਣਾ। ਮੈਨੂੰ ਸਵਰਗ ਵਿਖਾ। ਸਵਰਗ ਦਾ ਵੀ ਸੇਮ ਨਕਸ਼ਾ। ਸਵਰਗ ਵਿੱਚ ਲੈ ਗਿਆ, ਕਹਿੰਦਾ ਮੈਨੂੰ ਉਹ ਜਗ੍ਹਾ ਵਿਖਾ ਜਿੱਥੇ ਸਵਰਗ ਵਾਸੀਆਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ। ਉੱਥੇ ਵੀ ਸੇਮ ਨਕਸ਼ਾ, 36 ਕਿਸਮ ਦੇ ਭੋਜਨ ਪਦਾਰਥ ਪਏ ਨੇ, ਸਵਰਗ ਵਾਲਿਆਂ ਨੂੰ ਕੁਰਸੀਆਂ ਤੇ ਬਿਠਾਇਆ ਹੈ, ਬੈਲਟ ਕੱਸੀ ਹੈ, ਖੱਬਾ ਹੱਥ ਕੁਰਸੀ ਦੇ ਨਾਲ ਬੰਨਿਆ, 5-5 ਫੁੱਟ ਚਮਚੇ ਫੜਾਏ ਨੇ, ਤੇ ਉਹ ਬੜੇ ਪਿਆਰ ਦੇ ਨਾਲ ਹੱਸ ਰਹੇ ਨੇ, ਨਾਲੇ ਖਾ ਰਹੇ ਨੇ, ਚਮਚੇ ਭਰ ਭਰ ਖਾਈ ਜਾਂਦੇ, ਚਮਚੇ ਭਰ। ਤੁਸੀਂ ਕਹੋਗੇ ਉਹ ਕਿਵੇਂ ਖਾ ਰਹੇ ਨੇ? ਇਹ ਬੰਦਾ ਇੱਕ ਚਮਚਾ ਭਰਦਾ ਤੇ ਦੂਜੇ ਦੇ ਮੂੰਹ ਚ ਪਾ ਦਿੰਦਾ ਹੈ, ਦੂਜਾ ਬੰਦਾ ਚਮਚਾ ਭਰਦਾ ਸਾਹਮਣੇ ਵਾਲੇ ਦੇ ਮੂੰਹ ਚ ਪਾ ਦਿੰਦਾ, ਆਰਾਮ ਦੇ ਨਾਲ ਖਾ ਰਹੇ ਨੇ। ਇਹੀ ਹੈ ਨਰਕ ਔਰ ਸਵਰਗ, ਜਿੱਥੇ ਸੈਲਫਿਸ਼ਨੈਸ ਹੁੰਦੀ ਹੈ, ਜਿੱਥੇ ਹਰ ਬੰਦਾ ਆਪਣੇ ਮੂੰਹ ਚ ਪਹਿਲਾਂ ਪਾਣਾ ਚਾਹੁੰਦਾ ਹੈ, ਉੱਥੇ ਨਰਕ ਬਣ ਜਾਂਦਾ ਹੈ। ਤੇ ਜਿੱਥੇ ਬੰਦਾ ਦੂਜੇ ਦੇ ਮੂੰਹ ਦੇ ਅੰਦਰ ਪਹਿਲਾਂ ਪਾਉਂਦਾ ਹੈ, ਉਹ ਸਵਰਗ ਬਣ ਜਾਂਦਾ। ਨੂੰਹ ਸੱਸ ਦੇ ਮੂੰਹ ਚ ਗਰਾਈਆਂ ਪਾਏ ਤੇ ਸੱਸ ਨੂੰਹ ਦੇ ਮੂੰਹ ਚ ਗਰਾਈਆਂ ਪਾਏ, ਘਰ ਬਣ ਜਾਏਗਾ ਸਵਰਗ। ਤੇ ਨੂੰਹ ਨੇ ਸੱਸ ਦੀਆਂ ਲਿੰਬਾਂ ਫੜੀਆਂ ਹੋਣ ਤੇ ਸੱਸ ਨੇ ਨੂੰਹ ਦੇ ਜੁੰਡੇ ਫੜੇ ਹੋਣ, ਘਰ ਬਣ ਜਾਏਗਾ ਨਰਕ। ਭਰਾ ਭਰਾ ਦੇ ਮੂੰਹ ਵਿੱਚ ਗਰਾਈਆਂ ਪਾਏ, ਘਰ ਸਵਰਗ ਬਣ ਜਾਏਗਾ। ਭਰਾ ਭਰਾ ਤੋਂ ਖੋ ਰਿਹਾ ਹੈ, ਨਰਕ ਬਣ ਜਾਏਗਾ। ਇਸ ਲਈ ਇਹ ਹੈ ਸਵਰਗ ਔਰ ਨਰਕ। ਆਪਣੀ ਜ਼ਿੰਦਗੀ ਨੂੰ ਸਵਰਗ ਬਣਾਓ। ਜਿਹੜਾ ਬੰਦਾ ਮਰਨ ਤੋਂ ਬਾਅਦ ਸਵਰਗ ਦੀ ਲਾਲਸਾ ਲੈ ਕੇ ਬੈਠਾ ਹੈ, ਇਹਦਾ ਮਤਲਬ ਉਹਦੀ ਇਹ ਜ਼ਿੰਦਗੀ ਨਰਕ ਹੈ, ਉਹਦੀ ਇਹ ਜ਼ਿੰਦਗੀ ਨਰਕ ਬਣੀ। ਤਾਂ ਗੁਰਦੇਵ ਪਾਤਸ਼ਾਹ ਨੇ ਸਾਡੇ ਵਾਸਤੇ ਬਚਨ ਕੀਤਾ ਹੈ ਕਿ ਬੈਕੁੰਠ ਕਿੱਥੇ ਹੈ। ਨਾ ਜਾਣਾ ਬੈਕੁੰਠ ਕਹਾਹੀਂ, ਜਾਨ ਜਾਨ ਸਭ ਕਹੇ ਤਹਾਹੀਂ। ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਜਿੱਥੇ ਗੁਰੂ ਦੀ ਸੰਗਤ ਕੀਤੀ ਜਾਂਦੀ ਹੈ, ਗੁਰਬਾਣੀ ਮੁਤਾਬਕ ਜ਼ਿੰਦਗੀ ਹੈ, ਉਹ ਸਵਰਗ ਹੈ। ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਦਾ ਲਾਏ ਹੈ। हे ਮਾਲਕ, ਜਿੱਥੇ ਤੇਰਾ ਕੀਰਤਨ ਯਾਨੀ ਤੇਰੀ ਸਿਫਤ ਸਲਾਹ ਹੈ, ਉਹ ਥਾਂ ਸਵਰਗ ਹੈ, ਤੇ ਜਿੱਥੇ ਤੇਰੀ ਸਿਫਤ ਸਲਾਹ ਨਹੀਂ, ਉਹ ਨਰਕ ਹੈ। ਇਹ ਹੈ ਗੁਰਬਾਣੀ ਦਾ ਨਰਕ ਔਰ ਸਵਰਗ। ਅਖੀਰਲੀ ਗੱਲ ਮੈਂ ਕਰ ਰਿਹਾ ਕਿ ਮੁਕਤੀ ਕੀ ਹੈ। ਆਮ ਕਰਕੇ ਮੁਕਤੀ ਕਿਹਾ ਜਾਂਦਾ ਹੈ ਕਿ ਮਰਨ ਤੋਂ ਬਾਅਦ ਮੁਕਤੀ ਮਿਲੇਗੀ, ਮਰਨ ਤੋਂ ਬਾਅਦ ਰੱਬ ਮਿਲੇਗਾ। ਨਾ, ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ। ਭਗਤ ਬੇਣੀ ਜੀ ਦਾ ਪਾਵਨ ਕਥਨ ਹੈ, ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਬੇਣੀ ਜੀ ਕਹਿੰਦੇ ਨੇ, ਇਹ ਰੱਬ ਦੇ ਪਿਆਰਿਓ ਦੱਸੋ, ਮਰਨ ਤੋਂ ਬਾਅਦ ਮੁਕਤੀ ਕਿੰਨੇ ਪਾਈ ਹੈ? ਕਿਸੇ ਨੇ ਨਹੀਂ ਪਾਈ। ਜੇ ਪਾਈ ਹੈ ਤੇ ਦੱਸੋ ਪ੍ਰੂਫ ਕੀ ਹੈ? ਕਿਸੇ ਪੁਜਾਰੀ ਕੋਲ ਹੈ ਪ੍ਰੂਫ ਕਿ ਮੈਂ ਤੁਹਾਡੇ ਬਜ਼ੁਰਗ ਦਾ ਕਰਮ ਕਾਂਡ ਕੀਤਾ ਸੀ, ਕਿਰਿਆ ਕਰਮ, ਤੇ ਉਹ ਮੁਕਤ ਹੋ ਗਿਆ? ਕੋਈ ਰਸੀਦ ਦੇ ਸਕਦਾ, ਕੋਈ ਪ੍ਰੂਫ ਦੇ ਸਕਦਾ? ਨਹੀਂ। ਜੀਵਨ ਮੁਕਤੀ ਦੇ ਪ੍ਰੂਫ ਦਿੱਤੇ ਜਾ ਸਕਦੇ ਨੇ। ਇਸ ਲਈ ਗੁਰਦੇਵ ਨੇ ਜੀਵਨ ਮੁਕਤੀ ਦਾ ਸਿਧਾਂਤ ਸੰਸਾਰ ਦੀ ਝੋਲੀ ਵਿੱਚ ਪਾਇਆ ਹੈ। ਅਸਲ ਦੇ ਵਿੱਚ ਮੁਕਤੀ ਦੀ ਡੈਫੀਨੇਸ਼ਨ ਕੀ ਹੈ? ਵਿਕਾਰਾਂ ਤੋਂ ਖਲਾਸੀ ਹੀ ਮੁਕਤੀ ਹੈ। ਗੁਰਦੇਵ ਦਾ ਪਾਵਨ ਬਚਨ ਹੈ। ਦੇਖੋ, ਮੁਕਤੀ ਕੋਈ ਹੋਵਾ ਨਹੀਂ ਕਿ ਮਰਨ ਤੋਂ ਬਾਅਦ ਮਿਲੇਗੀ। ਮੁਕਤੀ ਤਾਂ ਬੜੀ ਸਿੰਪਲ ਸੀ, ਜੇ ਅਸੀਂ ਚਾਹੀਏ ਤਾਂ। ਗੁਰਦੇਵ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਬਚਨ ਹੈ, ਉਸਤਤ ਨਿੰਦਿਆ ਨਾਹੀਂ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਕਿ ਜਿਹੜਾ ਕਿਸੇ ਦੀ ਉਸਤਤ ਨਹੀਂ ਕਰਦਾ, ਚਾਪਲੂਸੀ ਨਹੀਂ ਕਰਦਾ, ਔਰ ਜਿਹੜਾ ਕਿਸੇ ਦੀ ਝੂਠੀ ਬਦਖੋਈ ਨਹੀਂ ਕਰਦਾ, ਤੇ ਜਿਹੜਾ ਬੇਗਾਨੇ ਹੱਕ ਨਹੀਂ ਖਾਂਦਾ, ਉਹ ਬੰਦਾ ਮੁਕਤ ਹੈ। ਉਸਤਤ ਨਿੰਦਿਆ ਨਾਹੀਂ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਸਿੰਪਲ ਗੱਲ। ਗੁਰੂ ਤੇਗ ਬਹਾਦਰ ਜੀ ਦਾ ਕਿੰਨਾ ਪਿਆਰਾ ਸ਼ਬਦ ਹੈ ਨਾ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨਹਿ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਨਰਕ ਲੋਭ ਮੋਹ ਅਭਿਮਾਨਾ। ਜਿਹੜਾ ਇਹਨਾਂ ਵਿਕਾਰਾਂ ਤੋਂ ਮੁਕਤ ਹੈ, ਉਹ ਇਨਸਾਨ ਹੀ ਮੁਕਤ ਹੈ। ਔਰ ਐਸੀ ਜ਼ਿੰਦਗੀ ਕਿਹਨੂੰ ਮਿਲਦੀ ਹੈ? ਗੁਰ ਕਿਰਪਾ ਜਿਹ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ।
नानक लीन पयो गोबिंद स्यों ज्यों पानी संग, ज्योंदे जी प्राप्ति अब तो जाए चढ़े सिंहासन, मिले हैं सारिंग पानी, राम कबीरा एक पए हैं कोई ना सके पछानी। इसलिए जिंदगी दे अंदर विकारां तो मुक्त होके इस संसार विच अलेप होके जीना ही मुक्ति का नाम है। मरण तो बाद मुक्ति नहीं, जिउंदियां ने मुक्त होना है विकारां तो, इन्हां जमां तो, जन्म मरण। अखीरली गल, अंतिम संस्कार के समय जो गुरमत रहत मर्यादा है वो की है। रहत मर्यादा विच अंकित है कि जदों भी जो मृतक प्राणी है उहदे शरीर नूं इशनान आदि करा के ते तख्ते ते पा के अरदास करके शमशान भूमि वल लै जाया जाए। पर साडे कई लोग इंडिया के अंदर करते हैं, राह दे विच घड़ा पांदे ने, 4 फेरे पानी डोल के ते घड़ा पांदे ने। ये सारियां मनमतां ने। उस तो बाद अरदास करके अंतिम संस्कार किया जाए, सोहिला साहिब जी का पाठ किया जाए। जदों संस्कार हो जाता है तो अरदास करके घर विच आण के या नेड़ले गुरुद्वारे विच जिथे भी प्रबंध होवे सहज पाठ आरंभ किया जाए। सहज पाठ सारा परिवार आप मिल के करन, ते जदों भी जिहड़ा भी दिन ठीक लगे, रिश्तेदार भैन भरा जो आ सकते होण जिन्हां ने आउणा है, या परिवार नूं जिहड़ा दिन चंगा लगे, 10वें 11वें दिन जिस भी दिन भोग पाया जाए। और भोग तो बाद जो है अंतिम अरदास तो बाद कोई क्रियाक्रम सिख की बाकी नहीं बचती। ये ना होवे कि पाठ ही करता रहे ते करता कुछ ही सुने ना, आप पाठ करे। दूजी गल है कि पाठ के समय बहुत सारे लोग कपड़े बिस्तरे मंजा वगैरह दिंदे ने, या दर्जन केलियां दी दे दी, किलो खंड दे दी, थोड़ा पत्ती दे 4 पैकेट देते, और ये समझते हैं कि साडे मरन वाले बापू नूं मिलेगा। किसी नूं अगे शै नहीं मिलती। गुरुदेव का पावन वचन है, जे मोहाका कर्म है, कर्म है पितरी दे, अगे वस्त सिंझाणीए, पितरी चोर करे, वड्डिए हाथ दलाल के मुस्पी एक करे, नानक अगे सो मिले जे खट्टे खाले दे। ये चीज समझना। गुरु जी कहते हैं भी इत्थों की दित्ती कोई चीज नहीं मिलती, ते जे बाई दी वे असीं मन लवीए कि मिल जाती है, तो फिर यार तुसीं वेखो कि बापू मर गया ते बापू वास्ते एक कमीज पजामा दे दिता, तुसीं दिन च किन्ने बदलदे हो? एक नाल तुहाडा काम चल जाएगा साल भर। ये तो बापू नाल नजायज हो गया। एक दर्जन केले दे दिते, मिर्चां दे दित्तियां, हल्दी दे दी, लूण दे दिता, कि इहदे नाल बापू का साल लंघ जाएगा? बापू नूं फ्रिज भी चाहिए, कार भी चाहिए, AC भी चाहिए, फिर कमरा भी भाई नूं दिओ, ते नाल बेबे दा भी गल घुट्टो कि बेबे चल बापू दीयां रोटियां पकाई, बेचारा आप हथ लुंदा फिरेगा। कहन तो भाव कि ये चीजां जिहड़ियां ने अगे नहीं जांदियां। गुरुदेव ने व्यंग किया पुजारी ते, कहन लगा भी पुजारिया ये देख भी जे कोई बंदा चोर होए, मान लो कि मैं चोर हाँ, मेरे पिता जी दा जिहड़ी है मौत हो गई, ते मैं अपने चोरी करदा हाँ, ते मैं तुहाडा चोरी करके ते अपने पिता जी वास्ते कपड़े या मंजा बिस्तरा या जो भी कुछ दे दिता, ते वो चीज मान लो सपोज मेरे पिता जी कोल पहुंच गई, गुरु जी कहंदे ने मान लो पहुंच गई, ते अगे जिन्हां दी मैं चोरी की उन्हां दा प्यो भी बैठा होना, दादे बैठे होने ने, अगे वस्त सिंझाणी, उन्हां पितरां ने वस्तु सिंझाण लैनी भी ते साडे घरों आई है, ते अगलियां जमदूतां ने मेरे प्यो नूं ढा लेना भी तू इत्थे ब्लैक दा काम करना, चोरी कराना, इत्थे चोरी दा समान लियाउणा, उत्थे ते प्यो नूं ढा लिया। इत्थे घर वालियां ने केस मेरे ते थाणे करता, मैं थाणे फड़िया गया। हुण इह काम कराया किन्ने? ब्राह्मण ने, यानी पुजारी ने क्या भी तुहाडे बजुर्गां नूं इह चीजां मिलणगियां, तां गुरु जी कहंदे ने वड्डिए हथ दलाल के मुस्फी इह करे। मुस्फी दा मतलब न्याय, कि जेड़ा दलाल ये गल कहंदा ना कि इत्थों दीयां दित्तियां चीजां अगे मिलणगियां, उहदे हथ वड्डे जाने चाहिए। हथ वड्डण दा मतलब ये नहीं कि टोका मार के हथ वड्डो, हथ वड्डण दा मतलब हुंदा है ये गल कहण दा हक उहदा खोलो, उहनूं कोई हक नहीं ये गल कहण दा, उहदे तो हक खोवो कि तेरा की हक है यार झूठ बोलण दा। वड्डिए हाथ दलाल के मुस्फी ये करे, अगे कोई शै नहीं मिलती। इसलिए ये साडे एक वहम ने। हाँ, गुरुद्वारा साहिब जी किसी चीज की लोड़ है तो सानू देनी चाहिए है, लेकिन उस विआह ते क्यों नहीं दिंदे कि मुंडे का विआह है तो गुरुद्वारे एक मंजा बिस्तरा दे दो यार, दाज दे विच आया, जां अपने घरों शनील दा वधिया बना के दे दो।
यानी सानू चाहिए कि गुरुद्वारे साहिबान के अंदर जो चीज़ों की जरूरत है उस दवीए, माया की लोड़ है तो माया दवीए, क्योंकि सारा प्रबंध इन चीज़ों के नाल चलता ना, क्लासा वगैरह या होर जो भी, तो जे किसी चीज़ की जरूरत है वो असीं दे सकते हैं, लेकिन ये नहीं कि अगे चीज़ां मिलदियां ने। अगली गल, जो असीं फुल चुगदे हां, अस्थियां चुगणियां जां फुल चुगना कहंदे ने, फुल चुग के हरिद्वार या कीरतपुर पाना ये मनमत है। पहला लोग हरिद्वार विच लै जांदे सन ते ये समझदे सन कि हरिद्वार फुल पाया मुक्ति हो जाएगी। हौले हौले प्रचार का असर होया ते सिखां नूं इस गल दी समझ आई कि हरिद्वार विच फुल पाना मनमत है, इहदे नाल मुक्ति नहीं हुंदी। पर सिखां ने फुल पाने शुरू करते कीरतपुर साहब विच। हुण मैं एक बेनती करां, देखो झूठ ते झूठ है, जे तुसीं घर बह के बोलदे हो ते झूठ है, ते बाजार विच जाके बोलो तो झूठ सच थोड़ा बन जाएगा, फिर भी झूठ ही है। शराब की बोतल के उत्ते जे कोई अमृत का लैबल ला दे तो लैबल बदलन दे नाल शराब अमृत थोड़ा बन जाएगी, शरबत थोड़ा बन जाए, उन्हें तो शराब ही रहना। ते जे मनमत के उत्ते गुरमत का लैबल ला दिता जाए तो लैबल बदलन दे नाल वो गुरमत नहीं बन जाती। जे गंगा विच फुल पान नाल मुक्ति नहीं हुंदी ते कीरतपुर पान दे नाल भी नहीं हुंदी। ठीक उही पखंड सिखां ने कीरतपुर साहब दे विच जाके शुरू कर लिया, ते ये गल कईयां नूं बहुत बुरी भी लगेगी और चुभेगी, लेकिन ये सच्चाई है। सिख रहत मर्यादा दे अंदर अंकत है कि सिख दा अंगीठा नहीं फुलना, सगों सारी राख अस्थियां समेत जां तां उत्थे ही टोया कढ के दबा देनी है, ते जां फिर किसी वगदे हुए पानी विच पा देनी है, फुल्लां समेत अस्थियां सारी दी सारी राख, जिस करके उत्थे सफाई हो सके, क्योंकि उत्थे होरां दा भी अंतिम संस्कार होना है। फुल पान दे नाल मुक्ति नहीं हुंदी। जे फुल पान नाल मुक्ति हुंदी होवे फिर तां भी सारी उम्र शराबां पीओ, ठगियां मारो, चोरियां करो, जिन्ने हक मारे जांदे ने मारो, फुल तां किसी ना किसी ने बच्चे ने पा देने ने हरिद्वार जां कीरतपुर, फिर ते मुक्ति सौखी हो गई। बंदा पूछे जे फुल पान नाल मुक्ति हुंदी फिर पाठ क्यों करांदे हो? तां कहण तो भाव मेरा यह है कि फुल वगैरह पान दे नाल किते मुक्ति नहीं हुंदी और एक मनमत है। इस तो अलावा फिर मोड़वियां मकाना कई लोग जानते हैं कि मोड़वी मकान का गुरमत दे विच कोई थां नहीं। ते अजकल लोग कहन लग गए ने चलो जाना की है भी इत्थे चाह पिया दो, चाह पियाओ या जाओ, गल तां इक्को ही है। मोड़वी मकान का कोई संबंध गुरमत दे नाल नहीं है। इस तो अलावा अगे आ जाती है बरसी, जो साल बाद असीं वरीणा करांदे हां। बरसी देखो सिख रहत मर्यादा विच साफ लिखिया है कि जदों भोग पैंदा ना पहली बारी मृतक तो बाद, तो उस तो बाद सिख की कोई क्रियाक्रम बाकी नहीं रह जाती। हुण ये जो साल बाद असीं 11वें महीने कराने आ भोग पाठ करांदे आ, उहदा संबंध गरुड़ पुराण दे नाल है। जिन्हां वीरां ने गरुड़ पुराण पढ़िया होवेगा उन्हां नूं पता है, गरुड़ पुराण विच लिखिया है कि आत्मा नूं स्वर्ग तक जांदियां साल लगदा है, ते 11वें महीने जदों उहदा कोई पुੱਤਰ है पिछे क्रियाक्रम करांदा है, पुण्य दान करदा है, तां 11 महीने तक उत्ते जिहड़े पितर ने वो वेट करदे ने, स्वर्ग दा दरवाजा खुला रखदे ने। जे 11 महीने दे अंदर कोई क्रियाक्रम नहीं करांदा ते स्वर्ग दा दरवाजा बंद कर लिया जांदा है। इसलिए बरसी ओदी नकल है। तां जदों गुरमत नरक स्वर्ग नूं मनदी ही नहीं तां इहदा कोई सवाल पैदा नहीं हुंदा। इसलिए जो असीं बरसी करांदे हां, साल बाद जो पाठ करांदे हां, ਉਹਦਾ ਗੁਰਮਤ ਦੇ ਨਾਲ ਕੋਈ ਸੰਬੰਧ ਨਹੀਂ ਹੈ। ਮੇਰੇ ਆਪਣੇ ਪਿਤਾ ਜੀ ਜਦੋਂ ਸਰੀਰ ਛੱਡਿਆ ਸੀ ਤਾਂ ਅਸੀਂ ਇਹਨਾਂ ਦੇ ਵਿੱਚ ਕੋਈ ਵੀ ਕਰਮਕਾਂਡ ਆਦਿਕ ਨਹੀਂ ਸੀ ਕੀਤਾ। ਮੈਂ ਨਾਲ ਆਪਣਾ ਸਪਸ਼ਟ ਕਰਦਿਆਂ, ਪਿਤਾ ਜੀ ਦੇ ਜੋ ਅਸਥੀਆਂ ਸਨ ਸਨੇ ਰਾਖ ਇਕੱਠੀਆਂ ਕਰਕੇ ਲਾਗੇ ਭਾਖੜਾ ਦੇ ਵਿੱਚ ਪਾ ਦਿੱਤੇ ਸਨ, ਤੇ ਭੋਗ ਤੋਂ ਬਾਅਦ ਅਸੀਂ ਕੋਈ ਮੋੜਵੀਂ ਮਕਾਨ ਜਾਂ ਕੁਛ ਵੀ ਕਰਮਕਾਂਡ ਜਾਂ ਬਰਸੀ ਵਗੈਰਾ ਕਦੇ ਨਹੀਂ ਕੀਤੀ, ਕਿਉਂਕਿ ਇਹਨਾਂ ਚੀਜ਼ਾਂ ਦਾ ਸੰਬੰਧ ਨਹੀਂ ਹੈ। ਇਸ ਤੋਂ ਬਾਅਦ ਗੱਲ ਰਹਿ ਜਾਂਦੀ ਹੈ ਸਰਾਧਾਂ ਦੀ। फिर पुजारी ने अगे ये चीज पेश करती कि 15 जिहड़े ने श्राद्ध, जिस तिथि नूं तुहाडा बजुर्ग कोई गुजरिया है उस तिथ नूं पुजारी नूं सद के जां 4 बंदियां नूं सद के तुसीं श्राद्ध विच प्रशादा खवाओगे तां श्राद्ध दे दिनां दे अंदर खवाया होया प्रशादा अगे पितरां नूं मिलेगा। गुरुदेव ने इहदा खंडन कीता है। जीवत पितर ना माने को मूए श्राद्ध कराही, जिउंदे मां बाप नूं ते मनदे नहीं, बजुर्गों की सेवा नहीं करते ते मरण तो बाद श्राद्ध करांदे। बेबे बेचारी मर गई रजाई खुणों पाले नाल, ते मरण तो बाद रसगुल्ले, गुलाब जामुन, बर्फी, पकौड़े वरताए जा रहे हैं, वड्डी माता की जा रही है और श्राद्ध कराए जा रहे हैं। जिउंदे मां बाप की सेवा करो।
ਮਰਨ ਤੇ ਜੋ ਸਰਾਧ ਅਸੀਂ ਕਰਾਉਂਦੇ ਆ ਉਹਦਾ ਗੁਰਮਤਿ ਦੇ ਨਾਲ ਕੋਈ ਸੰਬੰਧ ਨਹੀਂ ਹੈ। ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸਰਾਧ ਕਰਾਹੀ, ਪਿਤਰ ਪਿਵਪੁਰੇ ਕਹੋ ਕਿਉ ਪਾਵੇਂ ਕਊਆ ਕੂਕਰ ਖਾਹੀ, ਮੋਕੋ ਕੁਸ਼ਲ ਬਤਾਵੋ ਕੋਈ ਕੁਸ਼ਲ ਕੁਸ਼ਲ ਕਰਤੇ ਜਗ ਬਿਨ ਸੇ ਕੁਸ਼ਲ ਵੀ ਕੈਸੇ ਹੋਈ। ਤਾਂ ਇਹ ਸਰਾਧ ਵਗੈਰਾ ਜੋ ਨੇ ਇਹ ਸਾਰਾ ਕੁਛ ਮਨਮਤ ਹੈ, ਗੁਰਮਤ ਦੇ ਨਾਲ ਇਹਦਾ ਦੂਰ ਦਾ ਵੀ ਨਾਤਾ ਨਹੀਂ ਹੈ। ਪਰ ਠੀਕ ਢੰਗ ਦੇ ਨਾਲ ਪ੍ਰਚਾਰ ਨਾ ਹੋਣ ਕਰਕੇ ਅਸੀਂ ਜਾਂ ਸਾਡੀ ਕੌਮ ਵੀ ਇਹਨਾਂ ਕਰਮ ਕਾਂਡਾਂ ਦੇ ਵਿੱਚ ਪੈ ਗਈ ਹੈ। ਇਹਨਾਂ ਚੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ। ਹੁਣ ਜਿਵੇਂ ਜਿਵੇਂ ਲੋਕ ਪੜ੍ਹ ਰਹੇ ਨੇ ਗੁਰਬਾਣੀ ਨੂੰ ਆਪ ਸਮਝ ਰਹੇ ਨੇ, ਔਰ ਪ੍ਰਚਾਰਕ ਸੱਜਣ ਵੀ ਕੁਛ ਜਿਹੜੇ ਨੇ, ਸਾਰੇ ਤਾਂ ਨਹੀਂ ਲੇਕਿਨ ਕੁਛ ਪ੍ਰਚਾਰਕ ਜੋ ਇਹ ਚੀਜ਼ਾਂ ਨੂੰ ਸੰਗਤ ਦੇ ਸਾਹਮਣੇ ਲਿਆ ਰਹੇ ਨੇ, ਤਾਂ ਇਹ ਪ੍ਰਚਾਰ ਔਰ ਪ੍ਰਸਾਰ ਹੋ ਰਿਹਾ ਹੈ। ਲੋਕ ਇਹਨਾਂ ਅੰਧ ਵਿਸ਼ਵਾਸਾਂ ਦੇ ਵਿੱਚੋਂ ਨਿਕਲ ਰਹੇ ਨੇ। ਇਸ ਲਈ ਮੈਂ ਇੱਥੇ ਹੁਣ ਸਮਾਪਤੀ ਕਰਾਂਗਾ ਤੇ ਆਪ ਸਮੂਹ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਜਿਵੇਂ ਆਪ ਇੱਕ ਕਲਾਸ ਲੈ ਰਹੇ ਹੋ, ਆਪ ਗੁਰੂ ਦੀ ਪਾਵਨ ਬਾਣੀ ਪੜ੍ਹੋ, ਆਪ ਅਰਥ ਭਾਵਾਂ ਨੂੰ ਸਮਝੋ। ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਟੀਕਾ ਲੈ ਕੇ ਆਪ ਪੜ੍ਹੋ। ਜਦੋਂ ਤੁਸੀਂ ਆਪ ਪੜ੍ਹੋਗੇ ਨਾ, ਫਿਰ ਪਤਾ ਲੱਗੇਗਾ ਯਾਰ ਬਾਣੀ ਵਿੱਚ ਤੇ ਇਹ ਲਿਖਿਆ ਤੇ ਸਾਨੂੰ ਇੰਝ ਸਮਝਾਇਆ ਜਾ ਰਿਹਾ। ਇਸ ਲਈ ਜ਼ਰੂਰਤ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਅੱਜ ਦੇ ਪਰਿਪੇਖ ਵਿੱਚ ਸਮਝ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰੀਏ, ਤੇ ਨਾਲ ਇਹਨਾਂ ਅੰਧ ਵਿਸ਼ਵਾਸਾਂ ਤੋਂ ਆਪ ਵੀ ਬਚੀਏ ਔਰ ਲੋਕਾਂ ਨੂੰ ਵੀ ਬਚਾਈਏ, ਤੇ ਨਾਲ ਮਰਨ ਤੋਂ ਬਾਅਦ ਵਾਲੇ ਨਰਕ ਸੁਰਗ ਨੂੰ ਛੱਡ ਕੇ ਆਪਣੇ ਇਸ ਜੀਵਨ ਨੂੰ ਸੁਰਗ ਬਣਾਈਏ, ਜਿਸ ਕਰਕੇ ਸਾਡੀ ਇਹ ਜ਼ਿੰਦਗੀ ਸੁਰਗ ਬਣ ਜਾਏ। ਗੁਰੂ ਜੀ ਇਸ ਸੰਸਾਰ ਨੂੰ ਬੇਗਮਪੁਰਾ ਬਣਾਉਣਾ ਚਾਹੁੰਦੇ ਨੇ, ਇਹ ਸੰਸਾਰ ਸੁਰਗ ਬਣੇ। ਮੈਂ ਇੰਨਾ ਕੁਝ ਕਹਿੰਦਾ ਖਿਮੰਦਾ ਜਾ ਚੁੱਕਾ। ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਉਹ ਹੁਣ ਅੱਗੇ ਆਪ ਜੀ ਨੂੰ ਦੱਸਣਗੇ ਕੀ ਕਰਨਾ ਹੈ। ਆਪਣੇ ਵਿਊਜ਼ ਤੁਸੀਂ ਦੇ ਸਕਦੇ ਹੋ। ਕਿਸੇ ਦਾ ਕੋਈ ਅੱਜ ਦੇ ਸੰਦਰਭ ਵਿੱਚ ਕੋਈ ਸਵਾਲ ਹੋਵੇ ਤਾਂ ਉਹ ਵੀ ਕਰ ਸਕੇਗਾ। ਹੁਣ ਵੀਰ ਤਰਲੋਚਨ ਸਿੰਘ ਜੀ ਆਪ ਨੂੰ ਦੱਸ ਰਹੇ ਨੇ। ਮੇਰੇ ਵੱਲੋਂ ਆਪ ਸਭ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਅੱਜ ਦਾ ਟੌਪਿਕ ਸਾਡਾ ਬਹੁਤ ਵਧੀਆ ਸੀਗਾ, ਸਾਨੂੰ ਸਾਰਿਆਂ ਦੇ ਨਾਲ ਕੰਸਰਨ ਹੈ ਜੀ। ਤੇ ਮੌਤ ਕੀ ਹੈ, ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਨਾਲ ਕਿੱਦਾਂ ਧੋਖੇ ਹੁੰਦੇ, ਸਾਨੂੰ ਧਾਰਮਿਕ ਤੌਰ ਤੇ ਕਿੱਦਾਂ ਬੰਨਿਆ ਪਿਆ। ਪੁਜਾਰੀ ਤਬਕਾ ਜਿਹੜਾ ਆ ਉਹਦੇ ਸਾਡਾ ਸ਼ੋਸ਼ਣ ਹੀ ਹੁੰਦਾ। ਹਰੇਕ ਜਨਮ ਤੇ ਮਰਨ ਤੇ ਸੰਸਕਾਰ ਜੋ ਵੀ ਕਰਦੇ ਆ ਉਹਦੇ ਵਿੱਚ ਸਾਨੂੰ ਕਿੱਦਾਂ ਭਰਮਾ ਕੇ ਸਾਡੇ ਕੋਲੋਂ ਗਲਤ ਕੰਮ ਕਰਵਾਏ ਜਾਂਦੇ ਆ। ਤੇ ਉਹਦੇ ਵਿੱਚ ਭਾਈ ਸਾਹਿਬ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀਆਂ ਜਿੰਨੀਆਂ ਵੀ ਘਟਨਾਵਾਂ ਜ਼ਿੰਦਗੀ ਵਿੱਚ ਹੁੰਦੀਆਂ ਉਹਨਾਂ ਬਾਰੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ ਹੈਗਾ। ਤੇ ਸਰੀਰ ਦੀ ਮੌਤ, ਜ਼ਮੀਰ ਦੀ ਮੌਤ, ਚਿਤਰਗੁਪਤ, ਧਰਮਰਾਜ, ਨਰਕ, ਸਵਰਗ, ਮੁਕਤੀ, ਸੰਸਕਾਰ, ਅੰਤਮ ਸੰਸਕਾਰ, ਫੁੱਲ ਚੁਗਣੇ, ਬਰਫੀ ਜ਼ਰਾ, ਸਾਰਿਆਂ ਵਾਸਤੇ ਇਹਨਾਂ ਨੇ ਬਹੁਤ ਪੂਰੀ ਤਰ੍ਹਾਂ ਚਾਨਣਾ ਪਾਇਆ। ਤੇ ਮੈਂ ਸ਼ੋਰ ਹਾਂ ਕਿ ਸਾਡੇ ਮਨਾਂ ਨੂੰ ਸਾਰੇ ਇਹ ਚੀਜ਼ਾਂ ਲੱਗੀਆਂ ਹੋਊਗੀਆਂ। ਅਸੀਂ ਕੁਛ ਨਾ ਕੁਛ ਇਹਦੇ ਕੋਲੋਂ ਇਹਨਾਂ ਗੱਲਾਂ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਸਿੱਖਿਆ ਹੋਊਗਾ ਜੀ। ਤੇ ਧੰਨਵਾਦ ਹੈ ਜੀ ਬਹੁਤ ਬਹੁਤ ਆਪ ਜੀ ਦਾ। ਤੇ ਬਹੁਤ ਸਾਡੀ ਸੰਗਤਾਂ ਨੋਟ ਬਣਾ ਰਹੀਆਂ ਸੀਗੀਆਂ। ਤੇ ਮੈਂ ਹਮੇਸ਼ਾ ਦੀ ਤਰ੍ਹਾਂ ਹੁਣ ਆਪ ਜੀ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹਨੇ ਵੀ ਕੋਈ ਅੱਜ ਦੇ ਟੌਪਿਕ ਤੇ ਵੀ ਜਿਹੜਾ ਬਹੁਤ ਇੰਟਰਸਟਿੰਗ ਸੀਗਾ ਉਹਦੇ ਬਾਰੇ ਕੋਈ ਆਪਣੇ ਵਿਚਾਰ ਦੇਣੇ ਹੋਣ, ਗਿਆਨੀ ਜੀ ਨੂੰ ਕੋਈ ਸਵਾਲ ਪੁੱਛਣੇ ਹੋਣ, ਤੇ ਉਹ ਪਲੀਜ਼ ਅਨਮਿਊਟ ਹੋ ਜਾਓ ਤਾਂ ਕਿ ਸੌਖਾ ਰਹੂਗਾ ਸਾਨੂੰ ਵੀ ਤੁਹਾਡੇ ਕੋਲ ਆਉਣ ਵਾਸਤੇ। ਤੇ ਬਾਕੀ ਧੰਨਵਾਦ ਵੀ ਕਰਦੇ ਆ, ਸਾਡੇ ਨਾਲ ਕਾਫੀ ਹੋਰ ਨਵੇਂ ਸਰੋਤੇ ਵੀ ਜੁੜੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਹੜੇ ਨਵੇਂ ਜੁੜੇ ਆ ਤੁਸੀਂ ਬਹੁਤ ਵੈਲਕਮ ਹੈ ਜੀ। ਇਸੇ ਤਰ੍ਹਾਂ ਕੱਲ ਨੂੰ ਵੀ ਅਗਲੇ ਦਿਨਾਂ ਦੇ ਵਿੱਚ ਵੀ ਤੁਸੀਂ ਹਰ ਰੋਜ਼ ਜੁੜਿਆ ਕਰੋ, ਨਾਲ ਆਪਣੇ ਹੋਰ ਭੈਣਾਂ ਭਾਈਆਂ ਨੂੰ ਤੁਸੀਂ ਹੋਰ ਜੋੜਿਆ ਕਰੋ। ਹਾਂਜੀ, ਸਭ ਤੋਂ ਪਹਿਲਾਂ ਗੁਰਚਰਨ ਸਿੰਘ ਢੇਸੀ ਮੈਂ ਦੇਖ ਰਿਹਾ, ਉਹਨਾਂ ਨੇ ਅਨਮਿਊਟ ਕੀਤਾ ਹੈ ਜੀ। ਚਲੋ ਮੈਂ ਹੀ ਆ ਜਾਣਾ। ਗਿਆਨੀ ਜੀ ਤੁਹਾਡੇ ਅੰਧ ਵਿਸ਼ਵਾਸ ਤੇ ਯਾਨੀ ਜਿਹੜੀਆਂ ਜੀ ਗੱਲਾਂ ਕੀਤੀਆਂ ਬਹੁਤ ਹੀ ਸਿੱਖਿਆ ਯੋਗ ਸੀਗੀਆਂ, ਕਾਫੀ ਕੁਛ ਸਿੱਖਣ ਨੂੰ ਮਿਲਿਆ। ਤੁਸੀਂ ਗੱਲ ਕੀਤੀ ਸੀ ਕਿ ਵੀ ਜਿਹੜੇ ਨੌਜਵਾਨ ਹੈ ਜਾਂ ਬਿਰਧ ਆਸ਼ਰਮ ਆ, ਉੱਥੇ ਚੰਗੇ ਚੰਗੇ ਪਰਿਵਾਰਾਂ ਦੇ ਮਾਂ ਬਾਪ ਉੱਥੇ ਦਾਖਲ ਕਰਾਇਓ ਆ। ਮੈਂ ਤੁਹਾਨੂੰ ਇੱਕ ਵਾਕਿਆ ਦੱਸਦਾ ਹਾਂ ਕਿ ਵੀ ਮੈਨੂੰ ਮਿਲਿਆ ਮੌਕਾ ਰੀਠਾ ਸਾਹਿਬ ਜਾਣ ਦਾ। ਉੱਥੇ ਰਾਤ ਰਹਿਣਾ ਸੀਗਾ ਤੇ ਜਿੱਦਾਂ ਬੁੜੀਆਂ ਸਾਰੀਆਂ ਕੰਮ ਕਰਾਉਣੀਆਂ ਤੇ ਇੱਕ ਬਜ਼ੁਰਗ ਤੇ ਇੱਕ ਬਜ਼ੁਰਗਣੀ ਉੱਥੇ ਬੈਠੇ, ਜਿੱਦਾਂ ਇਹ ਗੱਲ ਕਰਨੇ ਸ਼ੁਰੂ ਕਰਤੀ ਉਹਨੀ ਇਹ ਵੀ ਮਹਾਰਾਜ ਤੁਸੀਂ ਇੱਥੇ ਕਿੱਦਾਂ ਆਏ ਆ। ਉਹ ਵਿਚਾਰੀ ਰੋ ਪਈ। ਉਹ ਕਹਿੰਦੀ ਕਿ ਇਹ ਤੈਨੂੰ ਕੀ ਦੱਸਾਂ,
ਕਿ ਵੀ 9 ਪੁੱਤ ਸੀਗੇ, ਜ਼ਮੀਨ ਵੀ ਸੀ, ਘਰ-ਬਾਰ ਵੀ ਸੀ, ਉਨੀ ਸਾਤੋਂ ਸਭ ਕੁਛ ਹੀ ਆਪਣੇ ਨਾਂ ਲਵਾ ਲਿਆ। ਚਲੋ ਉਹ ਅਨਪੜ੍ਹ ਸੀਗੇ, ਯਾਨੀ ਜਿੱਦਾਂ ਵੀ ਉਹ ਕੁੜੀ ਮੁੰਡਾ ਪੜ੍ਹੇ ਹੋਣਗੇ, ਚਲੋ ਮਾਂ ਬਾਪ ਨੇ ਦਿੱਤਾ ਉਹਨਾਂ ਨੂੰ। ਉਹ ਮਜੀਠਾ ਸਾਹਿਬ ਗੁਰਦੁਆਰੇ ਛੱਡ ਗਏ। ਹੁਣ ਇਸ ਗੱਲ ਨੂੰ ਯਾਨੀ ਘੱਟੋ ਘੱਟ ਹੋ ਗਿਆ ਹੁਣ 7-8 ਸਾਲ ਹੋ ਗਏ ਆ ਮੈਨੂੰ ਗਏ ਨੂੰ। ਤੇ ਉਸ ਵੇਲੇ ਉਹ ਘੱਟੋ ਘੱਟ ਯਾਨੀ ਸੀਗੇ 75 ਦੇ ਲਾਗੇ ਛਾਗੇ ਸੀਗੇ, ਪਤਾ ਨਹੀਂ ਵਿਚਾਰੇ ਉਹ ਹੁਣ ਹੈ ਜਾਂ ਨਹੀਂ ਹੈ। ਏਦਾਂ ਦੇ ਵੀ ਬੱਚੇ ਹੈਗੇ ਆ ਕਿ ਜਿਹੜੇ ਜੀਂਦੇ ਜੀਂਦੇ ਆਪਣੇ ਮਾਂ ਬਾਪ ਨੂੰ ਗੁਰਦੁਆਰਿਆਂ ਦੇ ਵਿੱਚ ਛੱਡ ਜਾਂਦੇ ਆ। ਤੇ ਬਾਈਬਲ ਚੇਤਾ ਆਉਂਦਾ ਕਿ ਵੀ ਜੇ ਤੇ ਜੀਂਦੇ ਜੀਂਦੇ ਜਿਹੜੀ ਤੁਸੀਂ ਗੱਲ ਕਹੀ ਕਿ ਵੀ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਤੁਸੀਂ ਕਰਦੇ, ਮਗਰੋਂ ਫਿਰ ਤੁਸੀਂ ਯਾਨੀ ਕਹਿੰਦੇ ਆ ਕਿ ਵੀ ਸਾਡੇ ਉਹ ਮਾਂ ਬਾਪ ਸੀਗੇ। ਉਹੀ ਗੱਲ ਹੈ ਕਿ ਸਾਡੀ ਮਾਈ ਸੀਗੀ, ਚਲੋ 2 ਸਾਲ ਹੀ ਗਈ ਨੂੰ ਹੋਏ ਆ, ਕਿ ਵੀ ਮੈਂ ਅਜੇ ਨਹੀਂ ਬੈਠਾ ਉਹਨੂੰ ਝੂਰੀ ਜਾਣਾ ਕਿ ਵੀ ਮੈਂ ਕੁਛ ਉਹ ਤੋਂ ਪੁੱਛ ਲੈਂਦਾ, ਕੁਛ ਸਿੱਖ ਲੈਂਦਾ, ਪਰ ਨਹੀਂ। ਹਾਂਜੀ ਹਾਂ, ਸਹੀ ਗੱਲ ਹੈ ਜੀ। ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ। ਧੰਨਵਾਦ ਜੀ, ਧੰਨਵਾਦ। ਧੰਨਵਾਦ ਜੀ ਗੁਰਚਰਨ ਸਿੰਘ ਜੀ, ਬਹੁਤ ਬਹੁਤ ਵਧੀਆ, ਥੈਂਕ ਯੂ। ਕੁਲਦੀਪ ਕੌਰ ਦੇ ਅਨਮਿਊਟ ਹੈ ਪਲੀਜ਼, ਤੁਸੀਂ ਪੁੱਛ ਲਓ ਜੋ ਪੁੱਛਣਾ। ਗਿਆਨੀ ਜੀ, ਮੇਰਾ ਇੱਕ ਕੁਐਸਚਨ ਇਹ ਹੈ ਕਿ ਜਿਹੜਾ ਆਪਾਂ ਸਵਾਹ ਤੇ ਹੱਡੀਆਂ ਚੁੱਕੇ ਸਾਰਾ ਕੁਝ ਜਿਹਨਾਂ ਨੂੰ ਆਪਾਂ ਫੁੱਲ ਕਹਿੰਦੇ ਆ ਪਾਣੀ 'ਚ ਪਾ ਦਈਏ, ਇਹੀ ਪਾਣੀ ਆ ਜਿਹੜਾ ਜਿਨ੍ਹਾਂ 'ਚ ਲੋਕੀ ਨਹਾਉਂਦੇ ਵੀ ਆ, ਪੀਤਾ ਵੀ ਜਾਂਦਾ, ਗਾਈਆਂ ਮੱਝਾਂ ਪੀਂਦੀਆਂ, ਤੇ ਪਾਣੀ 'ਚ ਪਾਣ ਨਾਲੋਂ ਕੋਈ ਹੋਰ ਪ੍ਰਬੰਧ ਜਿਹੜਾ ਕਿਤੇ ਦੱਬ ਦਿਓ ਉਹ ਬੈਟਰ ਨਹੀਂ ਹੈ? ਹਾਂਜੀ, ਉਹਦੇ ਵਿੱਚ ਨਾ ਭੈਣ ਇਹ ਵੀ ਲਿਖਿਆ ਵੀ ਤੁਸੀਂ ਉਹ ਜਿਹੜੇ ਫੁੱਲ ਰਾਖ ਨੇ ਉੱਥੇ ਟੋਇਆ ਕੱਢ ਕੇ ਦਬਾ ਵੀ ਸਕਦੇ ਹੋ। ਇੱਥੇ ਦਾ ਜਿਹੜਾ ਪਾਣੀ ਇਹ ਸਾਰਾ ਰੀਸਾਈਕਲ ਕਰਕੇ। ਹਾਂਜੀ, ਕੋਈ ਗੱਲ ਨਹੀਂ, ਉਹ ਤੁਹਾਨੂੰ ਕਹਿਤਾ ਨਾ ਵੀ ਤੁਸੀਂ ਉੱਥੇ ਦਬਾ ਸਕਦੇ ਹੋ। ਮਤਲਬ ਕਿਸੇ ਵੀ ਢੰਗ ਦੇ ਨਾਲ ਗੱਲ ਸਿਰਫ ਇੰਨੀ ਹੈ ਕਿ ਅਸੀਂ ਉੱਥੋਂ ਫੁੱਲ ਵਗੈਰਾ ਚੱਕ ਕੇ ਹੋਰ ਵੀ ਸੰਸਕਾਰ ਹੋਣੇ ਹੁੰਦੇ ਨੇ। ਜਿਵੇਂ ਇਹਨਾਂ ਦੇਸ਼ਾਂ ਦੇ ਵਿੱਚ ਤੇ ਮੇਰੇ ਖਿਆਲ 'ਚ ਉਹ ਹੱਡੀਆਂ ਬਚਦੀਆਂ ਇੰਨੀਆਂ ਕੁ ਨੇ, ਤਾਂ ਉਹਨੂੰ ਤੁਸੀਂ ਕਿਤੇ ਵੀ ਦਬਾ ਸਕਦੇ ਹੋ, ਇੰਨੀ ਕੁ ਗੱਲ ਹੈਗੀ। ਨਹੀਂ, ਇੱਥੇ ਦੀਆਂ ਜਿਹੜੀਆਂ ਹੱਡੀਆਂ ਹੁੰਦੀਆਂ ਉਹਨਾਂ ਨੂੰ ਪੀ ਕੇ ਦਿੰਦੇ, ਜਿੱਦਾਂ ਉਹ ਐਸ਼ ਬਣ ਜਾਂਦੀ ਆ, ਸੁਆਹ ਬਣ ਜਾਂਦੀ ਆ। ਆਹੋ, ਤੇ ਪੀ ਕੇ ਉੱਥੇ ਰੁੱਖਾਂ ਥੱਲੇ ਖਿਲਾ ਰਹੋ, ਬਸ ਮੁੱਕਿਆ। ਤੇ ਗੋਰੇ ਤਾਂ ਘਰ ਦੇ ਪਿੱਛੇ ਗਾਰਡਨ 'ਚ ਹੀ ਪਾ ਦਿੰਦੇ ਆ। ਹਾਂਜੀ, ਜਿਸ ਤਰ੍ਹਾਂ ਵੀ ਤੁਸੀਂ ਚਾਹੋ ਕਰ ਸਕਦੇ ਹੋ, ਸੰਭਾਲਣ ਦੀ ਗੱਲ ਹੈ ਬਸ। ਹਾਂ, ਉਹਦੇ ਨਾਲ ਕੋਈ ਮੁਕਤੀ ਦਾ ਜਾਂ ਸਵਰਗ ਨਰਕ ਦਾ ਕੋਈ ਸੰਬੰਧ ਨਹੀਂ। ਥੈਂਕ ਯੂ ਜੀ ਕੁਲਦੀਪ ਕੌਰ ਜੀ, ਥੈਂਕ ਯੂ ਵੈਰੀ ਮਚ। ਦਵਿੰਦਰ ਸਿੰਘ ਜੀ, ਤੁਸੀਂ ਵੀ ਅਨਮਿਊਟ ਹੈ, ਕੁਝ ਪੁੱਛਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਯਾਨੀ ਜੀ ਹੋਰ ਤਾਂ ਵੈਦ ਸਾਹਿਬ ਨੇ ਤੁਹਾਨੂੰ ਸਾਰਾ ਦੱਸਿਆ ਇਸ ਚੀਜ਼ ਬਾਰੇ ਗੱਲ ਕਰਦੇ ਹੋ, ਪਰ ਖੈਰ ਇੱਕ ਥੋੜਾ ਜਿਹਾ ਨਵਾਂ ਟੌਪਿਕ ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ। ਗੁਰੂ ਸਾਹਿਬ ਆਵਾਜ਼ ਤੁਹਾਡੀ ਕੱਟ ਕੇ ਆ ਰਹੀ ਹੈ। ਹਾਂ ਹੁਣ ਚਲੋ। ਜਿਵੇਂ ਤੁਸੀਂ ਚਿੱਤਰਗੁਪਤ ਬਾਰੇ ਦੱਸਿਆ, ਹਾਂਜੀ, ਜਿਵੇਂ ਤੁਸੀਂ ਚਿੱਤਰਗੁਪਤ ਬਾਰੇ ਬਹੁਤ ਡਿਟੇਲ ਵਿੱਚ ਦੱਸਿਆ, ਖੈਰ ਗੁਪਤ ਬਾਰੇ ਇਹੀ ਪ੍ਰਸ਼ਨ ਹੈ, ਮਨ, ਹਿਰਦਾ ਤੇ ਆਤਮਾ ਦਾ ਆਪਸ ਵਿੱਚ ਕੀ ਤੇ ਕੀ ਫਰਕ ਹੈ? ਮਨ, ਹਿਰਦਾ, ਜੇ ਤੁਸੀਂ ਟਾਈਮ ਮਿਲੇ ਫੇਰ ਕਰ ਦਿਓ। ਮਨ, ਹਿਰਦਾ ਔਰ ਆਤਮਾ। ਹਾਂਜੀ ਹਾਂਜੀ ਹਾਂਜੀ, ਮਨ ਸਾਡੇ ਦਿਮਾਗ ਦੀ ਇੱਕ ਐਕਟੀਵਿਟੀ ਦਾ ਨਾਮ ਹੈ। ਜਿਸ ਤਰ੍ਹਾਂ ਹੀ ਸਾਡੇ ਅੰਦਰ ਸੰਕਲਪ ਔਰ ਵਿਕਲਪ ਪੈਦਾ ਹੁੰਦੇ ਨੇ, ਸਾਡੇ ਅੰਦਰ ਦਿਮਾਗ ਹੈ ਤੇ ਉਹਦੇ 4 ਐਕਟੀਵਿਟੀਜ਼ ਨੇ। ਦਿਮਾਗ ਦੀ ਉਹ ਐਕਟੀਵਿਟੀ ਜਿਸ ਤਰ੍ਹਾਂ ਹੀ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਨੇ, ਉਹਨੂੰ ਅਸੀਂ ਕਹਿੰਦੇ ਹਾਂ ਮਨ। ਤੇ ਦਿਮਾਗ ਦੀ ਉਹ ਐਕਟੀਵਿਟੀ ਜਿਸ ਤਰ੍ਹਾਂ ਹੀ ਅਸੀਂ ਠੀਕ ਔਰ ਗਲਤ ਦਾ ਨਿਰਣਾ ਕਰਨੇ ਆ, ਉਹਨੂੰ ਅਸੀਂ ਕਹਿੰਦੇ ਹਾਂ ਬੁੱਧ। ਤੇ ਦਿਮਾਗ ਦੀ ਉਹ ਐਕਟੀਵਿਟੀ ਜਿਸ ਤਰ੍ਹਾਂ ਹੀ ਅਸੀਂ ਹਰ ਗੱਲ ਨੂੰ ਚੇਤੇ ਰੱਖਦੇ ਹਾਂ, ਉਹਨੂੰ ਕਹਿੰਦੇ ਹਾਂ ਚਿੱਤ। ਔਰ ਜੋ ਅਸੀਂ ਆਪਣੇ ਔਰ ਬਗਾਨੇ ਦੇ ਵਿੱਚ ਫਰਕ ਮਹਿਸੂਸ ਕਰਦੇ ਹਾਂ, ਉਹਨੂੰ ਅਸੀਂ ਅਹੰਗ ਜਾਂ ਈਗੋ ਕਹਿ ਦਿੰਦੇ ਹਾਂ। ਤੇ ਆਤਮਾ ਦਾ ਮਤਲਬ ਹੈਗਾ ਸਾਡੀ ਜ਼ਮੀਰ, ਤੇ ਹਿਰਦੇ ਦਾ ਮਤਲਬ ਹੈਗਾ ਇੱਕ ਤਾਂ ਦਿਲ ਹੈਗਾ ਜਿਹੜਾ ਸਾਡੇ ਖੂਨ ਨੂੰ ਪੰਪ ਕਰਦਾ। ਵੈਸੇ ਹਿਰਦੇ ਦਾ ਮਤਲਬ ਹੈਗਾ ਮੈਂਟੈਲਿਟੀ, ਸਾਡੀ ਸੋਚ। ਔਰ ਆਤਮਾ ਦਾ ਮਤਲਬ ਸਾਡੀ ਜ਼ਮੀਰ, ਕਿ ਉਸ ਬੰਦੇ ਦੀ ਆਤਮਾ ਮਰ ਗਈ, ਜ਼ਮੀਰ ਮਰ ਗਈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ, ਬਹੁਤ ਬਹੁਤ। ਹਾਂਜੀ ਨਰਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸ਼ੁਭ ਵਿਚਾਰ ਤੁਸੀਂ ਆਪਣੇ ਦੱਸੇ ਹੈਗੇ ਆ।
ਤੇ ਕਰਮਾਂ ਕਾਂਡਾਂ ਚੋਂ ਆਪਾਂ ਨੂੰ ਨਿਕਲਣ ਲਈ ਪ੍ਰੇਰਿਤ ਕੀਤਾ ਹੈ। ਤੁਸੀਂ ਸਿਰਫ ਇਹ ਕਹੀ ਨਹੀਂ ਹੈਗੇ, ਤੁਸੀਂ ਕਿਹਾ ਵੀ ਤੁਸੀਂ ਆਪ ਵੀ ਇਹਨਾਂ ਨੂੰ ਅਪਣਾਇਆ ਹੈਗਾ। ਸੋ